ਪ੍ਰਧਾਨ ਮੰਤਰੀ ਤਿੱਕਰ ਇਹਨਾਂ ਦੇ ਸੰਤਰੀ ਮੰਤਰੀ ਖੇਤੀਬਾੜੀ ਮੰਤਰੀ ਬੀਜੇਪੀ ਦੇ ਸੀਨੀਅਰ ਲੀਡਰ ਇਹ ਕਹਿ ਰਹੇ ਸੀ ਵੀ ਇਹ ਕਾਨੂੰਨ ਕਿਸਾਨਾਂ ਦੇ ਪੱਖ ਵਿੱਚ ਨੇ। ਤੀਜੀ ਮੀਟਿੰਗ ਦੇ ਵਿੱਚ ਅਸੀਂ ਜਿਹੜੇ ਰਾਗ ਲਾਪਤੇ ਸੀ ਇਹ ਕਿਸਾਨ ਪੱਖੀ ਨੇ ਕਿਸਾਨਾਂ ਨੂੰ ਖੁਸ਼ਹਾਲ ਕਰ ਦੇਣਗੇ ਤੇ ਤੀਜੀ ਮੀਟਿੰਗ ਵਿੱਚ ਇਹਨਾਂ ਨੇ ਮੰਨ ਲਿਆ ਵੀ ਅਸੀਂ ਇਹ ਕਾਨੂੰਨ ਗਲਤੀ ਨਾਲ ਬਣਾ ਬੈਠੇ ਆ, ਇਹਨਾਂ ਵਿੱਚ ਸੋਧਾ ਕਰਾ ਲਓ। ਔਰ ਵਿਸ਼ੇਸ਼ ਗੱਲ ਇਹ ਆ ਭਾਰਤੀ ਜਨਤਾ ਪਾਰਟੀ ਨੇ ਬਹੁਤ ਵੱਡਾ 2014 ਵਿੱਚ ਵਾਅਦਾ ਕੀਤਾ ਸੀ MS ਸਵਾਮੀਨਾਥਨ ਅਸੀਂ ਲੈ ਕੇ ਆਵਾਂਗੇ, ਜਿਹੜਾ ਸੋਨੀਆ ਮਨਮੋਹਨ ਸਿੰਘ ਨੇ ਕੰਮ ਨਹੀਂ ਕੀਤਾ। ਸਾਨੂੰ ਵੋਟਾਂ ਪਾਵੋ, ਵੋਟਾਂ ਦਾ ਚੋਣ ਮਨੋਰਥ ਵਾਅਦਾ ਕਰਕੇ ਲੁੱਟ ਲਈਆਂ ਤੇ 2015 ਵਿੱਚ ਸਾਡੇ ਨਾਲ ਵਾਅਦਾ ਤੋੜਤਾ। ਜਿਹੜਾ ਚੋਣ ਵਾਅਦਾ ਹੈ ਇਹ ਨਿਰੇ ਰਾਜਸੀ ਠੱਗੀ ਵੋਟਾਂ ਆਉਂਦੀਆਂ ਨੇ, ਚਾਹੇ ਕੌਮੀ ਵੋਟਾਂ ਹੋਣ, ਪਾਰਲੀਮੈਂਟ ਦੀਆਂ ਹੋਣ, ਚਾਹੇ ਵਿਧਾਨ ਸਭਾ ਕਿਸੇ ਸੂਬੇ ਦੀਆਂ ਹੋਣ। ਕਿਉਂਕਿ ਜਿਹੜੇ ਬਾਹਰ ਦੇ ਮੁਲਕਾਂ ਵਿੱਚ ਲੋਕ ਭੱਜਦੇ ਨੇ, ਕਿਉਂ ਭੱਜਦੇ ਨੇ? ਉੱਥੇ ਕਾਨੂੰਨ ਦਾ ਰਾਜ ਹੈ, ਇੱਥੇ ਜੰਗਲ ਦਾ ਰਾਜ ਹੈ। ਅਸੀਂ ਅੱਜ ਸਵਾਲ ਕੀਤਾ ਹੈ ਵੀ ਜੇ ਸਾਡੇ ਕੋਈ ਚਾਲ ਚੱਲਣ ਵਾਲਾ ਸੀ, ਅਸੀਂ ਕ੍ਰਾਈਮ ਕੀਤਾ ਹੈ, ਕਿਸੇ ਤਰ੍ਹਾਂ ਦਾ ਜੁਰਮ ਕੀਤਾ ਹੈ, ਕਾਨੂੰਨ ਨੂੰ ਹੱਥ 'ਚ ਲਿਆ ਹੈ, ਤੇ ਫਿਰ ਵੀ ਅਸੀਂ ਇੱਥੇ ਹੀ ਸੀ, ਪਹਿਲੋਂ ਕਿਉਂ ਨਹੀਂ ਸਾਨੂੰ ਹੱਥ ਪਾਇਆ? ਸੁਪਰੀਮ ਕੋਰਟ ਦੇ ਵਿਸ਼ੇਸ਼ ਕਰਕੇ ਮੈਂ ਚੀਫ ਜਸਟਿਸ ਨੂੰ ਸੰਬੋਧਨ ਹੋ ਕੇ ਕਹਿਣਾ ਚਾਹਣਾ ਵਾ, ਜਿਹੜਾ ਨਿਆਂਪਾਲਕਾਂ ਤੋਂ ਵਿਸ਼ਵਾਸ ਉੱਠਣਾ ਇਹ ਦੇਸ਼ ਵਾਸਤੇ, ਨਾਗਰਿਕ ਵਾਸਤੇ ਹਾਨੀਕਾਰਕ ਹੈ। ਨੌਜਵਾਨ ਪੀੜ੍ਹੀ ਦੇ ਉੱਤੇ ਤੇ ਸਵਾਲ ਤਾਂ ਉੱਠਦੇ ਸੀ, ਦੁਨੀਆ ਦੇ ਲੋਕ ਉਠਾਉਂਦੇ ਸੀ, ਖਾਸ ਤੌਰ ਤੇ ਪੰਜਾਬ ਦੇ ਕਿਸਾਨਾਂ ਬੱਚਿਆਂ ਦੇ, ਨੌਜਵਾਨਾਂ ਦੇ, ਵੀ ਇਹ ਨਸ਼ਈ ਹੋ ਗਏ। ਨਸ਼ਈ ਤਾਂ ਰਾਜਸੀ ਪਾਰਟੀਆਂ ਨੇ ਕਰਨ ਦੀ ਕੋਈ ਕਸਰ ਨਹੀਂ ਛੱਡੀ, ਪਰ ਉਹ ਸਾਰੇ ਧੋਣੇ ਇਸ ਕਿਸਾਨ ਅੰਦੋਲਨ ਨੇ ਧੋਤੇ। ਕਹਿੰਦੇ ਬਜ਼ੁਰਗਾਂ ਦੀਆਂ ਗੱਲਾਂ ਵਿੱਚ ਬੜਾ ਦਮ ਹੁੰਦਾ ਹੈ, ਬੜਾ ਤਜਰਬਾ ਹੁੰਦਾ ਉਹਨਾਂ ਨੂੰ। ਸਤਨਾਮ ਸਿੰਘ ਵਹਿਰੂ ਜੀ ਕਿਸਾਨ ਆਗੂ ਇਸ ਵੇਲੇ ਸਾਡੇ ਨਾਲ ਨੇ, ਸਭ ਤੋਂ ਬਜ਼ੁਰਗ ਉਮਰ ਦੇ ਕਿਸਾਨ ਆਗੂ ਨੇ। ਜਥੇਬੰਦੀਆਂ ਦੇ ਵਿੱਚ ਗੱਲਬਾਤ ਕਰਾਂਗੇ। ਸਤਨਾਮ ਸਿੰਘ ਜੀ, ਹਮਦਰ ਟੀਵੀ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੀ। ਬਹੁਤ ਮਿਹਰਬਾਨੀ, ਧੰਨਵਾਦ। ਗੱਲ ਤਾਂ ਅਸੀਂ ਕੋਈ ਅੱਜ ਨਵੀਂ ਨਹੀਂ ਕੀਤੀ, ਗੱਲ ਤਾਂ ਜਿਹੜੀ ਅਸੀਂ ਗੱਲ ਲੈ ਕੇ ਆਏ ਆ 6 ਜੂਨ ਨੂੰ ਬੜੀ ਕਾਹਲ ਨਾਲ, ਬੜੀ ਚੋਰੀ ਪ੍ਰਧਾਨ ਮੰਤਰੀ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਜੋ ਕਾਰਪੋਰੇਟਰ ਘਰਾਣਿਆਂ ਦਾ ਸਮੁੱਚਾ ਦੇਸ਼ ਦੀ ਖੇਤੀ ਉੱਤੇ ਕਬਜ਼ਾ ਕਰਾਉਣ ਦੀ, ਜ਼ਮੀਨਾਂ ਤੇ ਕਬਜ਼ੇ ਕਰਨ ਔਰ ਫਸਲਾਂ ਖੂਨ ਪਸੀਨੇ ਨਾਲ ਕਮਾਈਆਂ ਲੁੱਟਣ ਲਈ, ਪ੍ਰਾਈਵੇਟ ਵਪਾਰੀਆਂ ਨੂੰ ਖੁੱਲ੍ਹਾ ਰਸਤਾ ਕਰਨ ਲਈ ਔਰ ਮੰਡੀਕਰਨ ਨੂੰ ਜਿਹੜਾ 65 ਸਾਲ ਤੋਂ ਚੱਲ ਰਿਹਾ ਸੀ ਉਹਨੂੰ ਤਬਾਹ ਕਰਨ ਲਈ ਕਾਨੂੰਨ ਬਣਾਏ ਸੀ। ਉਦੋਂ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਇਹਨਾਂ ਦੇ ਸੰਤਰੀ ਮੰਤਰੀ ਖੇਤੀਬਾੜੀ ਮੰਤਰੀ ਬੀਜੇਪੀ ਦੇ ਸੀਨੀਅਰ ਲੀਡਰ ਇਹ ਕਹਿ ਰਹੇ ਸੀ ਵੀ ਇਹ ਕਾਨੂੰਨ ਕਿਸਾਨਾਂ ਦੇ ਪੱਖ ਵਿੱਚ ਨੇ। ਮੈਂ ਦੱਸਣਾ ਚਾਹਣਾ ਵਾ, ਅਸੀਂ ਸਭ ਤੋਂ ਇਹ ਸਾਨੂੰ ਮਾਣ ਜਾਂਦਾ ਹੈ, ਅਸੀਂ ਦੇਸ਼ ਦੇ ਲੋਕਾਂ ਨੂੰ ਜਗਾਇਆ ਹੈ, ਕਿਸਾਨਾਂ ਨੂੰ ਲਾਭਬੰਦ ਕੀਤਾ ਹੈ। ਔਰ ਅਸੀਂ 2 ਮਹੀਨਿਆਂ ਤੋਂ ਦਿੱਲੀ ਜਿਹੜਾ ਦੇਸ਼ ਦੀ ਆਪਣੇ ਇੱਕ ਸਰਕਾਰ ਹੈ ਭਾਰਤ ਦੀ, ਉਹਦੀ ਛਾਤੀ ਤੇ ਬੈਠੇ ਸੀ ਤੇ ਅਸੀਂ ਜਿਹੜਾ ਇਹ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ ਜਦੋਂ ਤੋਂ ਲੈ ਕੇ ਅੱਜ 10ਵੇਂ ਗੇੜ ਦੀ ਮੀਟਿੰਗ ਸੀ, ਉਹ ਤੀਜੀ ਮੀਟਿੰਗ ਦੇ ਵਿੱਚ ਅਸੀਂ ਜਿਹੜੇ ਰਾਗ ਲਾਪਤੇ ਸੀ ਇਹ ਕਿਸਾਨ ਪੱਖੀ ਨੇ, ਕਿਸਾਨਾਂ ਨੂੰ ਖੁਸ਼ਹਾਲ ਕਰ ਦੇਣਗੇ, ਤੇ ਤੀਜੀ ਮੀਟਿੰਗ ਵਿੱਚ ਇਹਨਾਂ ਨੇ ਮੰਨ ਲਿਆ ਵੀ ਅਸੀਂ ਇਹ ਕਾਨੂੰਨ ਗਲਤੀ ਨਾਲ ਬਣਾ ਬੈਠੇ ਆ, ਇਹਨਾਂ ਵਿੱਚ ਸੋਧਾ ਕਰਾ ਲਓ। ਜਿਹੜੀਆਂ ਕਿਸਾਨ ਵਿਰੋਧੀ ਸਾਰੀਆਂ ਗੱਲਾਂ ਨੇ ਉਹ ਵਾਪਸ ਅਸੀਂ ਕੱਢਣ ਨੂੰ ਤਿਆਰ ਆ, ਤੇ ਅਸੀਂ ਕਿਹਾ ਵੀ ਨਾ, ਇਹਨੂੰ ਖਤਮ ਕਰਾਉਣਾ, ਇਹਨੂੰ ਫੂਕਣਾ, ਇਹਨੂੰ ਵਾਪਸ ਲਵੋ। ਤੇ MSC ਦਾ ਸਾਨੂੰ ਖਦਸ਼ਾ ਸੀ ਵੀ ਇਹਨੂੰ ਖਤਮ ਕਰਨਗੇ, ਕਿ ਕੋਈ ਛਾਲਤਾ ਕੁਮਾਰ ਦੀ ਇੱਕ ਕਮੇਟੀ ਬਣਾ ਕੇ ਇਹਨਾਂ 2014 ਵਿੱਚ ਹੀ ਮੁੱਢ ਬੰਨ੍ਹਤਿਆ ਸੀ ਉਹਨੂੰ ਖਤਮ ਕਰਨ ਵਾਸਤੇ, ਤੇ ਖੁੱਲ੍ਹੀ ਮੰਡੀ ਲਿਆਉਣ ਵਾਸਤੇ ਇਹਨੇ ਰਸਤੇ ਕੀਤੇ ਸੀ। ਇਹ ਅਸੀਂ ਇੱਕ ਤੀਜੇ ਗੇੜ ਦੀ ਮੀਟਿੰਗ ਵਿੱਚ ਇਹ ਘੁਆੜ ਦੇ ਵਿੱਚ ਇੱਥੋਂ ਤੱਕ ਕਹਿੰਦੇ ਸੁਣੇਗੇ ਤੁਸਾਂ ਤੇ ਅਸਾਂ ਵੀ ਖਾਲੀ ਡੱਬਾ ਸਾਡੇ ਕੋਲ ਰਹਿਣ ਦਿਓ, ਤੇ ਅੱਜ ਤੱਕ ਕਮਾਲ ਹੀ ਹੋ ਗਈ। ਅੱਜ ਤੱਕ ਕਮਾਲ ਹੋ ਗਈ, ਜਿਹੜੇ ਇੰਨਾ ਦਮ ਨਾਲ ਗੱਲ ਕਰਦੇ ਸੀ ਉਹਨਾਂ ਦੀ ਬਈ ਅਸੀਂ ਇਹਨਾਂ ਨਾਲ ਛੇੜਛਾੜ ਨਹੀਂ ਕਰ ਸਕਦੇ, ਇਹ ਕਾਨੂੰਨ ਬਣ ਗਿਆ, ਪਾਰਲੀਮੈਂਟ ਦਾ, ਰਾਜ ਸਭਾ ਦਾ, ਰਾਸ਼ਟਰਪਤੀ ਦੀ ਮੋਹਰ ਲੱਗ ਗਈ, ਅਸੀਂ ਇਹਦੇ 'ਚ ਕੁਝ ਨਹੀਂ ਕਰ ਸਕਦੇ। ਤੇ ਅੱਜ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਵੱਲੋਂ ਨਹੀਂ, ਪ੍ਰਧਾਨ ਮੰਤਰੀ ਵੱਲੋਂ ਕਹਿ ਰਿਹਾ ਸੀ ਰੱਬ ਦਾ ਵਾਸਤਾ ਸਾਡੀ ਜਿੰਦ ਛੱਡੋ, ਅਸੀਂ ਇਹਨਾਂ ਨੂੰ 2 ਸਾਲ ਦੀ ਸੁਪਰੀਮ ਕੋਰਟ ਵਿੱਚ ਹਲਫਨਾਮਾ ਦੇ ਕੇ ਇਹਨਾਂ ਨੂੰ ਰੋਕ ਦਿੰਦੇ ਆ, ਤੇ ਜਦੋਂ ਇੱਕ ਕਮੇਟੀ ਬਣਾ ਲਓ, MSC ਤੇ ਵੀ ਚਰਚਾ ਕਰਨ ਨੂੰ ਤਿਆਰ ਆ, ਉਹਦਾ ਵੀ ਕਾਨੂੰਨ ਬਣਾਉਣ ਨੂੰ ਤਿਆਰ ਆ, ਤੇ ਕਮੇਟੀ ਬਾਰੇ ਅਸੀਂ ਤਾਂ ਸਹਿਮਤ ਨਹੀਂ ਹੋਏ। ਅੱਜ ਦੀ ਮੀਟਿੰਗ ਦੇ ਵਿੱਚ ਵਿਸ਼ੇਸ਼ ਗੱਲ ਇਹ ਆ, ਅਸੀਂ ਆਪਦੇ ਸਟੈਂਡ ਤੇ ਜਿਹੜੇ ਪਹਿਲੇ ਦਿਨ ਤੋਂ ਸ਼ੁਰੂ ਕੀਤਾ 2 ਮਹੀਨੇ ਤੋਂ, ਉਹ ਹੀ ਸਟੈਂਡ ਉਹਨਾਂ ਨੂੰ ਖਤਮ ਕਰਾਉਣਾ, MSC ਦਾ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਾਉਣਾ। ਔਰ ਵਿਸ਼ੇਸ਼ ਗੱਲ ਇਹ ਆ, ਭਾਰਤੀ ਜਨਤਾ ਪਾਰਟੀ ਨੇ ਬਹੁਤ ਵੱਡਾ 2014 ਵਿੱਚ ਵਾਅਦਾ ਕੀਤਾ ਸੀ MS ਸਵਾਮੀਨਾਥਨ ਅਸੀਂ ਲੈ ਕੇ ਆਵਾਂਗੇ, ਜਿਹੜਾ ਸੋਨੀਆ ਮਨਮੋਹਨ ਸਿੰਘ ਨੇ ਕੰਮ ਨਹੀਂ ਕੀਤਾ। ਸਾਨੂੰ ਵੋਟਾਂ ਪਾਵੋ। ਮੈਂ
ਆਪਣੇ MS ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਵਾਸਤੇ ਮੈਂ ਪਟੀਸ਼ਨਰ ਆ ਸੁਪਰੀਮ ਕੋਰਟ, ਤੁਸੀਂ ਜਾਣਦੇ ਹੋ। ਤੇ ਉਸ ਮੇਰੀ ਰਿਟ ਦੇ ਵਿੱਚ ਵੋਟਾਂ ਦਾ ਚੋਣ ਮਨੋਰਥ ਵਾਅਦਾ ਕਰਕੇ ਲੁੱਟ ਲਈਆਂ ਤੇ 2015 ਵਿੱਚ ਸਾਡੇ ਨਾਲ ਵਾਅਦਾ ਤੋੜਤਾ। ਅੱਜ ਅਸੀਂ ਜ਼ਬਾਨੀ ਗੱਲਾਂ ਕਿਵੇਂ ਕਰਾਂਗੇ? ਉਹ ਕਹਿੰਦਾ ਜੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ MSC ਨਹੀਂ ਖਤਮ ਹੋਵੇਗੀ, ਤੇ ਅਸੀਂ ਕਹਿੰਦੇ ਪਾਰਲੀਮੈਂਟ ਕਾਨੂੰਨ ਬਣਾ ਦੇ। ਉਸ ਗੱਲ ਵੱਲੇ ਅਸੀਂ ਕਦਮ ਬਾਈ ਕਦਮ ਬਹੁਤ ਵੱਧ ਰਹੇ ਹਾਂ। ਅੱਜ ਇਹ ਸਪਸ਼ਟ ਹੋ ਗਿਆ ਹੈ ਵੀ ਜਿਹੜਾ ਸਾਡਾ 26 ਜਨਵਰੀ ਦਾ ਟਰੈਕਟਰ ਮਾਰਚ, ਉਸ ਟਰੈਕਟਰ ਮਾਰਚ ਦੇ ਉੱਤੇ ਅੱਜ ਇੰਨੀ ਸਰਕਾਰ ਘਬਰਾਈ ਹੋਈ ਹੈ, ਜਿਹੜੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਕਹਿੰਦੇ ਅਸੀਂ ਇਹਦੀ ਇੱਕ ਲਾਈਨ ਬਦਲਣ ਨੂੰ ਤਿਆਰ ਨਹੀਂ, ਤੇ 2 ਸਾਲ ਵਾਸਤੇ ਹਲਫਨਾਮਾ ਸੁਪਰੀਮ ਕੋਰਟ ਦੇ ਕੇ ਵਾਅਦਾ ਕਰੇ ਸਾਡੇ ਨਾਲ, ਤੇ MSC ਦਾ ਇੱਕ ਕਮੇਟੀ ਉੱਤੇ ਸਾਰੀ ਚਰਚਾ ਕਰਕੇ ਉਹਨੂੰ ਕਾਨੂੰਨ ਦੀ ਸ਼ਕਲ ਦੇਣ ਵਾਸਤੇ ਤਿਆਰ ਹੋ ਜਾਏ। ਤੇ ਅਸੀਂ ਕਹਿੰਦੇ ਹਾਂ ਵੀ ਬਹੁਤ ਛੇਤੀ ਅਸੀਂ ਜਿੱਤ ਵੱਲੇ ਵਧ ਰਹੇ ਹਾਂ। ਸਤਨਾਮ ਸਿੰਘ ਵੈਰੂ ਜੀ, ਮੁੱਖ ਕਾਰਨ ਅਸੀਂ ਛਾਤਮਈ ਅੰਦੋਲਨ ਕਰਕੇ ਦੁਨੀਆ ਦੇ ਲੋਕਾਂ ਨੇ ਸਾਨੂੰ ਪਸੰਦ ਕੀਤਾ ਹੈ। ਦੁਨੀਆ ਦੇ ਲੋਕਾਂ ਨੇ ਸਾਡੀ ਔਖੇ ਵੇਲੇ ਬਾਹ ਫੜੀ ਹੈ, ਤੇ ਅੱਜ ਇਹਨਾਂ ਦਾ ਬਹੁਤ ਧਰਿਆ ਤਰਾਇਆ ਸਾਰਾ ਸਿਸਟਮ ਰਹਿ ਗਿਆ। ਸਤਨਾਮ ਸਿੰਘ ਵੈਰੂ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, 81 ਸਾਲ ਤੁਹਾਡੀ ਉਮਰ, ਜ਼ਿੰਦਗੀ ਬੜਾ ਕੁਝ ਦੇਖਿਆ ਹੈ, ਤੇ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਗੱਲਾਂ ਤੁਸੀਂ ਸਟਾਰਟਿੰਗ ਵਿੱਚ ਕਹੀਆਂ ਸੀ, ਜਿਹੜੀਆਂ ਮੰਗਾਂ ਤੁਸੀਂ ਅੱਜ ਤੁਸੀਂ ਉੱਥੇ ਹੀ ਖੜੇ ਹੋਏ ਹੋ, ਤੇ ਕੇਂਦਰ ਸਰਕਾਰ ਹੀ ਪਿੱਛੇ ਹਟਦੀ ਬੈਕਫੁੱਟ ਤੇ ਨਜ਼ਰ ਆ ਰਹੀ ਹੈ, ਜਿਹੜੀ ਕਹਿੰਦੀ ਸੋਧਾ ਕਰਵਾ ਲਓ। ਅੱਜ ਪਹਿਲੀ ਵਾਰੀ ਉਹਦੇ ਜ਼ੁਬਾਨ ਤੇ ਰੱਦ ਸ਼ਬਦ ਵੀ ਆਇਆ ਹੈ ਕਿ 2 ਸਾਲਾਂ ਲਈ ਕਾਨੂੰਨ ਆਪਾਂ ਰੱਦ ਕਰ ਦਿੰਦੇ ਆ, ਲਿਖ ਕੇ ਦੇ ਦਿੰਦੇ ਆ, ਪੋਸਟਪੋਨ ਕਰ ਦਿੰਦੇ ਆ। ਤੇ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜੀ ਪਰਸੋਂ ਬੈਠਕ ਹੋਣ ਜਾ ਰਹੀ ਹੈ, ਉਹਦੇ ਵਿੱਚ ਕੇਂਦਰ ਸਰਕਾਰ ਪਰਮਾਨੈਂਟ ਕਾਨੂੰਨ ਨੂੰ ਰੱਦ ਕਰਨ ਤੇ ਵੀ ਆਊਗੀ? ਆ ਸਕਦੀ ਹੈ। ਲੋਕਾਂ ਦੀਆਂ ਭਾਵਨਾਵਾਂ ਦੀ ਜੇ ਕਦਰ ਕਰਨੀ ਚਾਹੀਦੀ, ਉਹਨਾਂ ਨੂੰ ਕਰਨਾ ਚਾਹੀਦਾ। ਕਮੇਟੀ ਦੀ ਲੋੜ ਹੀ ਨਹੀਂ, ਸੁਪਰੀਮ ਕੋਰਟ ਵਿੱਚ ਹਲਫਨਾਮਾ ਦੇਣ ਦੀ ਲੋੜ ਹੀ ਨਹੀਂ। ਜੇ ਉਹ ਵਾਪਸ ਲੈ ਲੈਂਦੇ ਨੇ, ਉਹਨਾਂ ਨੂੰ ਪ੍ਰਧਾਨ ਮੰਤਰੀ ਸਾਡੇ ਨਾਲ ਸਿੱਧੀ ਮੀਟਿੰਗ ਕਰਕੇ ਐਲਾਨ ਕਰ ਦਿੰਦਾ ਹੈ, ਲਓ ਜੀ ਉਹ ਮੈਂ ਬਣਾਏ ਤੇ ਤੁਹਾਡੇ ਹਿੱਤੇ 'ਚ ਸੀ, ਤੁਹਾਡੇ ਨੁਕਸਾਨ ਦੇ ਨੇ, ਮੈਂ ਇਹਨੂੰ ਖਤਮ ਕਰਨਾ। ਮੈਂ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ MSC ਦਾ ਕਾਨੂੰਨ ਬਣਾ ਦੇਣਾ, ਤੇ ਫਿਰ ਕੋਈ ਟਰੈਕਟਰ ਮਾਰਚ ਦੀ ਵੀ ਲੋੜ ਨਹੀਂ ਪੈਣੀ। ਅਸੀਂ ਟਰੈਕਟਰ ਮਾਰਚ ਤੇ ਵੀ ਕਾਇਮ ਆ। ਅਸੀਂ ਅੱਜ ਦੀ ਮੀਟਿੰਗ ਵਿੱਚ ਸਾਰੇ ਲੀਡਰ 40 ਦੇ 40 ਇੱਕੇ ਮੁੱਦੇ ਤੇ ਇੱਕੇ ਆਵਾਜ਼ ਨਾਲ ਅਸੀਂ ਕਿਹਾ ਅਸੀਂ ਜਿਹੜਾ ਤੁਹਾਡੇ ਸਾਹਮਣੇ ਏਜੰਡਾ ਪਹਿਲੇ ਦਿਨ ਰੱਖਿਆ ਹੈ, ਉਸੇ ਏਜੰਡੇ ਤੇ ਅੱਜ ਕਾਇਮ ਆ। ਪਰ ਫਿਰ ਤੁਸੀਂ ਇਹ ਜਿਹੜਾ ਅੱਜ ਫਾਰਮੂਲਾ ਦਿੱਤਾ ਹੈ, ਅਸੀਂ ਕੱਲ ਨੂੰ ਪਹਿਲੋਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕਰਾਂਗੇ, ਔਰ ਫਿਰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਕਰਾਂਗੇ, ਔਰ ਫਿਰ ਅਸੀਂ ਜਿਹੜਾ ਤੂੰ ਕਹਿੰਦਾ ਹੈ ਬਈ ਉਹ ਤਾਂ ਕਹਿੰਦਾ ਸੀ ਕੱਲ ਹੀ ਆਵੋ, ਐਡੇ ਕਾਲ ਵਿੱਚ ਸੀ। ਅਸੀਂ ਕਾਲ ਨਾ ਕਰ, 2 ਮਹੀਨੇ ਹੋ ਗਏ, ਉਦੋਂ ਤਾਂ ਤੈਨੂੰ ਕਾਲ ਨਜ਼ਰ ਨਹੀਂ ਆਈ। ਅੱਜ ਹੁਣ ਹੌਸਲਾ ਕਰ, 1-2 ਰਾਤਾਂ ਤਾਂ ਕੱਟ, ਤੈਨੂੰ ਪਤਾ ਲੱਗ ਜਾਏਗਾ ਥੋੜੇ ਦਿਨਾਂ 'ਚ ਬਈ ਲੋਕਾਂ ਦੀ ਸ਼ਕਤੀ ਕਿੰਨੀ ਹੁੰਦੀ ਹੈ। ਤੇ ਫਿਰ ਇਹਨੇ ਕਿਹਾ ਵੀ ਪਰਸੋਂ ਚਲੋ ਤੁਸੀਂ ਮੈਨੂੰ ਦੱਸੋ ਤੁਹਾਡੀ ਕੀ ਰਾਏ ਬਣਦੀ ਹੈ। ਅਸੀਂ ਜੋ ਰਾਏ ਬਣੀ ਅਸੀਂ ਠੋਕ ਕੇ ਰੱਖਾਂਗੇ। ਸਤਨਾਮ ਸਿੰਘ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਤੁਹਾਡੇ ਅੱਜ ਦਿਲ ਦੀਆਂ ਗੱਲਾਂ ਵੀ ਮੈਂ ਜਾਣਨਾ ਚਾਹੁੰਦਾ। ਜ਼ਿੰਦਗੀ ਦਾ ਜਿਹੜਾ ਤੁਹਾਡਾ ਤਜਰਬਾ ਹੈਗਾ, ਉਸ ਤਜਰਬੇ ਦੇ ਵਿੱਚ ਤੁਸੀਂ ਕਿਹੜਾ ਸਿਆਸਤਦਾਨ ਚੰਗਾ ਦੇਖਿਆ ਹੈ, ਜਿਸ ਦੀ ਕਿਸਾਨਾਂ ਦੇ ਪ੍ਰਤੀ ਸੋਚ ਚੰਗੀ ਹੋਵੇ, ਜਿਸ ਨੂੰ ਵਾਕਈ ਅੰਨਦਾਤੇ ਦੀ ਇੱਜ਼ਤ ਸਨਮਾਨ ਨਜ਼ਰ ਆਉਂਦਾ ਹੋਵੇ ਉਹਦੀ ਨਜ਼ਰਾਂ ਵਿੱਚ, ਉਹਦੀ ਜ਼ੁਬਾਨ ਦੇ ਵਿੱਚ? ਉਹ ਕਿਹੜਾ ਸਿਆਸਤਦਾਨ ਹੈਗਾ? ਨਹੀਂ, ਮੈਂ ਕਿੰਨੀ ਮਿਸਾਲ ਦੇਵਾਂ ਕਿਹੜਾ ਚੰਗਾ। ਮੇਰੀ ਉਮਰ ਮੁਤਾਬਕ ਕੌਮੀ ਪਾਰਟੀਆਂ, ਖੇਤਰੀ ਪਾਰਟੀਆਂ ਸਾਡੇ ਨਾਲ ਤਰੋਹ ਹੀ ਕਮਾਉਂਦੀਆਂ ਰਹੀਆਂ। ਜਿਹੜਾ ਚੋਣ ਵਾਅਦਾ ਹੈ, ਇਹ ਨਿਰੇ ਰਾਜਸੀ ਠੱਗੀ, ਰਾਜਸੀ ਠੱਗੀ 'ਚ ਵੋਟਾਂ ਆਉਂਦੀਆਂ ਨੇ, ਚਾਹੇ ਉਹ ਕੌਮੀ ਵੋਟਾਂ ਹੋਣ, ਪਾਰਲੀਮੈਂਟ ਦੀਆਂ ਹੋਣ, ਚਾਹੇ ਵਿਧਾਨ ਸਭਾ ਕਿਸੇ ਸੂਬੇ ਦੀਆਂ ਹੋਣ। ਲਓ ਜੀ ਐਡਾ ਵੱਡਾ ਮੈਨੀਫੈਸਟੋ, ਐਡੀ ਵੱਡੀ ਕਿਤਾਬ ਦੇ ਦਿੰਦੇ ਨੇ, ਲਓ ਜੀ ਆ ਅਸੀਂ ਵਾਅਦਾ ਕਰਦੇ ਆ, ਉਹਨਾਂ ਨੂੰ ਪਿੱਛੇ ਕਰੋ, ਸਾਨੂੰ ਅੱਗੇ ਲੈਵੋ। ਕੋਈ ਪਾਰਟੀ ਸਿਰ ਉੱਚਾ ਕਰਕੇ ਨਹੀਂ ਕਹਿ ਸਕਦੀ ਅੱਜ ਤੱਕ 47 ਤੋਂ ਪਿੱਛੇ ਵੋਟਾਂ ਦੇ ਰਾਜ ਵਿੱਚ ਵੋਟਾਂ ਲਈਆਂ ਹੋਣ ਜਾਂ ਚੋਣ ਵਾਅਦੇ ਦੇ ਉੱਤੇ ਖਰੇ ਉੱਤੇ ਹੋਣ। ਮੈਂ ਤੇ ਇਹ ਸੋਚ ਰਿਹਾ ਵਾਂ ਬਈ ਜਿਸ ਤਰ੍ਹਾਂ ਮੈਂ ਸਵਾਮੀਨਾਥਨ ਦਾ ਮੁੱਦਾ ਸੁਪਰੀਮ ਕੋਰਟ ਉਠਾਇਆ, ਮੈਂ ਭਾਰਤ ਦੇ ਚੋਣ ਕਮਿਸ਼ਨ ਨੂੰ ਕਿਉਂ ਨਾ ਘਸੀਟਾਂ ਵੀ ਤੁਸੀਂ ਥੋੜਾ ਜਿਹਾ ਇਹਨਾਂ ਤੇ ਕੁੰਡਾ ਦਾ ਕਰੋ। ਐਨਾ ਵਿਹਲੇ ਛੱਡਤੇ ਵੀ ਇਹਨਾਂ ਵੋਟਾਂ ਲੈ ਕੇ ਦੂਜੇ ਚੌਥੇ ਪੰਜਵੇਂ ਮਹੀਨੇ ਵਿੱਚ ਕਹਿ ਦਿੰਦੇ ਨੇ ਲਓ ਜੀ ਅਸੀਂ ਜਿਹੜੇ ਵਾਅਦੇ ਕੀਤੇ ਨੇ 100% ਪੂਰੇ ਕਰਦੇ, ਪਰ ਵਾਅਦਾ ਇੱਕ ਵੀ ਨਹੀਂ ਪੂਰਾ ਕਰਦਾ। ਮੈਂ ਪੰਜਾਬ ਦੀ ਗੱਲ ਕਰਾਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਾਡੇ ਨਾਲ ਕਿਹਾ ਕਰਜ਼ੇ ਤੇ ਲੀਕ ਫੇਰਾਂਗੇ। ਪ੍ਰਧਾਨ ਮੰਤਰੀ ਨੇ 2014 ਵਿੱਚ ਕਿਹਾ, ਬੀਜੇਪੀ ਦੇ ਮੈਨੀਫੈਸਟੋ ਵਿੱਚ ਕਿਹਾ ਵੀ ਤੁਸੀਂ ਸਾਨੂੰ ਲੈ ਕੇ ਆਓ, ਸਵਾਮੀਨਾਥਨ ਮੈਂ ਲਾਗੂ ਕਰਾਂਗਾ, ਔਰ ਹਲਫਨਾਮਾ ਦਿੱਤੀ ਬੈਠਾ ਮੇਰੇ। ਮੈਂ ਤੁਹਾਨੂੰ ਵਿਖਾ ਸਕਦਾ, ਕੱਲ ਪਰਸੋਂ ਮੈਂ ਲੈ ਕੇ ਆਊਂਗਾ, ਮੈਂ ਵਿਖਾਊਂਗਾ। ਆਹ ਵੇਖੋ ਹਲਫਨਾਮਾ ਦੇ ਕੇ ਕੌਮੀ ਪਾਰਟੀ ਸੁਪਰੀਮ ਕੋਰਟ ਦੇ ਵਿੱਚ ਮੁੱਕਰ ਗਈ। ਅਸੀਂ ਇਹਨਾਂ ਤੇ ਹੁਣ ਵਿਸ਼ਵਾਸ ਕਿਵੇਂ ਕਰੀਏ? ਵਿਸ਼ਵਾਸ ਗਵਾ ਬੈਠੇ ਨੇ। ਜਿਹੜੇ ਸਿਆਸਤਦਾਨ ਹੁੰਦੇ ਨੇ ਉਹ ਹਮੇਸ਼ਾ ਹੀ ਭਾਵੇਂ ਕੋਈ ਜੀਵੇ ਭਾਵੇਂ ਕੋਈ ਮਰੇ, ਉਹਨਾਂ ਦਾ ਕੰਮ ਹੁੰਦਾ ਸਿਆਸੀ ਰੋਟੀਆਂ ਸੇਕਣਾ, ਵੋਟ ਬੈਂਕ ਨੂੰ ਉਹ ਨਜ਼ਰਾਂ ਦੇ ਵਿੱਚ ਰੱਖਦੇ ਨੇ।
ਅੱਜ ਇਸ ਅੰਦੋਲਨ ਤੋਂ ਸਿਆਸਤਦਾਨ ਦੂਰ ਬੈਠੇ ਹੋਏ ਨੇ ਤੇ ਜਿਹੜੀ ਜੰਗ ਹੈਗੀ ਹੈ ਉਹ ਤੁਸੀਂ ਇਸ ਕਿਸਾਨ ਖੁਦ ਆਪਣੇ ਪੱਧਰ ਉੱਤੇ ਲੜ ਰਹੇ ਨੇ। ਕੱਲ ਨੂੰ ਜਦੋਂ ਇਸ ਸਿੱਟਾ ਨਿਕਲੂਗਾ ਇਹਦਾ, ਜਦੋਂ ਜੰਗ ਫਤਿਹ ਹੋ ਜਾਊਗਾ, ਮੈਦਾਨ ਫਤਿਹ ਹੋ ਕੇ ਕਿਸਾਨ ਘਰਾਂ ਨੂੰ ਪਰਤਣਗੇ, ਤੁਹਾਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਜਿਹੜੇ ਸਿਆਸਤਦਾਨ ਨੇ ਆਪਣੇ ਆਪ ਨੂੰ ਠੱਗੇ ਠੱਗੇ ਮਹਿਸੂਸ ਕਰਨਗੇ? ਨਹੀਂ, ਇਹ ਤਾਂ ਉਹਨਾਂ ਦੇ ਪੈਰਾਂ 'ਚ ਜ਼ਮੀਨ ਖਿਸਕ ਗਈ, ਚਾਹੇ ਖੇਤਰੀ ਪਾਰਟੀਆਂ ਨੇ ਚਾਹੇ ਕੌਮੀ ਪਾਰਟੀਆਂ ਨੇ। ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਕਿਸਾਨ ਅੰਦੋਲਨ ਵਿੱਚੋਂ ਇਨਕਲਾਬ ਕਿਹੋ ਜਿਹਾ ਆ ਰਿਹਾ ਹੈ। ਇਨਕਲਾਬ ਅਸੀਂ ਸਮਝਦੇ ਜਿਹੜਾ ਰਾਜਨੀਤਿਕ ਭ੍ਰਿਸ਼ਟਾਚਾਰ ਫੈਲਿਆ, ਬਹੁਤ ਸਾਰਾ ਸਮਾਜਿਕ ਤਾਣਾ ਪੀਣਾ ਇਹਨਾਂ ਨੇ ਤਹਿ ਤੋਂ ਨੈਸ਼ ਕਰਤਾ, ਕਾਲਾ ਧਨ ਬਾਹਰ ਦੇ ਮੁਲਕਾਂ ਦੇ ਵਿੱਚ ਪਹੁੰਚਾ ਕੇ ਦੇਸ਼ ਨੂੰ ਨੰਗ ਕਰ ਦਿੱਤਾ। ਇਸ ਕਿਸਾਨ ਅੰਦੋਲਨ ਵਿੱਚੋਂ ਕਿਸਾਨ ਮੰਗਾਂ, ਇਹ 4 ਮੰਗਾਂ ਸਾਡੀਆਂ ਮੁੱਖ ਨੇ ਜਿਹੜੀਆਂ, ਉਹ ਤਾਂ ਮੰਨੀਆਂ ਹੀ ਜਾਣੀਆਂ ਨੇ। ਉਹ ਤਾਂ ਸਾਡਾ ਪੇਪਰ ਜਿੰਨਾ ਮਰਜ਼ੀ ਲੈ ਲੈ, ਕਿਉਂਕਿ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਕੇ ਵੀ 6 ਮਹੀਨੇ ਦਾ ਅਸੀਂ ਰਾਸ਼ਨ ਲੈ ਕੇ ਇੱਥੇ ਬਹਿ ਗਏ ਆ ਕੇ। ਤੁਸੀਂ ਸਾਡੇ ਕਿਸੇ ਲੰਗਰ 'ਚ ਵੇਖ ਲਓ, ਕਿਸੇ ਟਰਾਲੀ ਵਿੱਚ ਵੇਖ ਲਓ, 6 ਮਹੀਨੇ ਦਾ ਸਾਡਾ ਪ੍ਰਬੰਧ ਹੈ। ਹਾਲੇ ਤਾਂ 2 ਮਹੀਨਿਆਂ ਵਿੱਚ 4-5 ਦਿਨ ਘੱਟ ਨੇ, ਕਿਉਂਕਿ 26 ਤਰੀਕ ਨੂੰ 2 ਮਹੀਨੇ ਪੂਰੇ ਹੋਣੇ, 26 ਨੂੰ ਅਸੀਂ ਚੱਲੇ ਸੀ। ਸੋ ਇਹ ਇੱਕ ਰਾਜਨੀਤਿਕ ਇਨਕਲਾਬ ਆਵੇਗਾ ਇਹਦੇ 'ਚ। ਰਾਜਨੀਤਿਕ ਇਨਕਲਾਬ ਐਸਾ ਆਵੇਗਾ ਜਿਹਦੇ ਨਾਲ ਸਮਾਜ ਦਾ ਸਾਰਾ ਸਿਸਟਮ ਵਿਗੜਿਆ ਹੋਇਆ ਇਹ ਸੁਧਰੇਗਾ, ਔਰ ਦੁਨੀਆ ਦੇ ਵਿੱਚ ਹਿੰਦੁਸਤਾਨ ਦੀ ਇੱਕ ਪਛਾਣ ਨਵੇਕਲੇ ਕਿਸਮ 'ਚ ਬਦਲੇਗੀ। ਕਿਉਂਕਿ ਜਿਹੜੇ ਬਾਹਰ ਦੇ ਮੁਲਕਾਂ ਵਿੱਚ ਲੋਕ ਭੱਜਦੇ ਨੇ, ਕਿਉਂ ਭੱਜਦੇ ਨੇ? ਉੱਥੇ ਕਾਨੂੰਨ ਦਾ ਰਾਜ ਹੈ, ਇੱਥੇ ਜੰਗਲ ਦਾ ਰਾਜ ਹੈ। ਸੋ ਤੁਸੀਂ ਵੇਖਿਓ, ਇਸ ਤੁਹਾਡੇ ਸਹਿਯੋਗ ਨਾਲ, ਤੁਹਾਡੀਆਂ ਕਲਮਾਂ ਨਾਲ, ਤੁਹਾਡੀਆਂ ਆਵਾਜ਼ਾਂ ਨਾਲ ਅਸੀਂ ਬਹੁਤ ਤੇਜ਼ੀ ਨਾਲ ਦੇਸ਼ ਦੇ ਹਿੱਤ ਵਿੱਚ ਇਹ ਦੇਸ਼ ਨੂੰ ਤੋੜਨ ਜਾ ਰਹੇ ਨੇ। ਅਸੀਂ ਦੇਸ਼ ਨੂੰ ਮਜ਼ਬੂਤ ਕਰਨ ਵਾਲੇ ਆ, ਕਿਉਂਕਿ ਅਸੀਂ ਕੁਰਬਾਨੀਆਂ ਦੇ ਕੇ ਆਜ਼ਾਦੀ ਲਈ ਹੈ। ਸਤਨਾਮ ਸਿੰਘ ਵੈਰੂ ਜੀ, ਜਿੱਦਾਂ ਕਿ ਤੁਹਾਡਾ ਤਜਰਬਾ ਦੱਸਦਾ ਲਾਈਵ ਜ਼ਿੰਦਗੀ ਦਾ, ਤੁਸੀਂ ਬਹੁਤ ਸਾਰੇ ਸਿਆਸਤਦਾਨ ਵੀ ਗੋਦੀਆਂ 'ਚ ਖੜਾਏ ਹੋਣੇ ਨੇ ਜਿਹੜੇ ਅੱਜ ਵੱਡੇ ਹੋ ਗਏ ਹੋਣੇ ਨੇ, ਤੇ ਮੈਂ ਜਦੋਂ ਇਤਿਹਾਸ ਲਿਖਿਆ ਜਾਊਗਾ ਤੇ ਇਸ ਅੰਦੋਲਨ ਦਾ ਨਾਮ ਕਿਹੜੇ ਪੰਨਿਆਂ ਦੇ ਵਿੱਚ ਕਿਵੇਂ ਆਊਗਾ ਤੇ ਭਾਰਤ ਦੇ ਨਰਿੰਦਰ ਮੋਦੀ ਦਾ ਨਾਮ ਕਿਹੜੀ ਕਿਤਾਬ ਵਿੱਚ ਆਊਗਾ? ਇਹ ਬਹੁਤ ਸਾਰੀਆਂ ਕਿਤਾਬਾਂ ਦਾ ਇੱਕ ਨੰਬਰ ਦਾ ਬਣ ਜਾਏਗਾ। ਬਹੁਤ ਸਾਰੇ ਇਤਿਹਾਸ ਤਾਂ ਲਿਖੇ ਗਏ ਨੇ, ਉਹ ਇਤਿਹਾਸ ਕਿਤੇ ਨਾ ਕਿਤੇ ਅਧੂਰੇ ਨੇ। ਇਹ ਇਤਿਹਾਸ ਇੱਕ ਸੁਨਹਿਰੀ ਅੱਖਰਾਂ 'ਚ ਐਸਾ ਬਣੇਗਾ ਜਿਹੜਾ ਯੂਨੀਵਰਸਿਟੀਆਂ, ਸਕੂਲਾਂ ਦੇ ਵਿੱਚ ਇਹਦੇ ਪਾਠ ਲੱਗਣਗੇ। ਇਹਦੇ ਬੱਚਿਆਂ ਨੂੰ, ਜਿਵੇਂ ਹੁਣ ਬਾਹਰ ਦੇ ਮੁਲਕਾਂ ਦਾ ਮੈਨੂੰ ਪਤਾ ਲੱਗਦਾ, ਮੈਂ ਤਾਂ ਬਾਹਰ ਗਿਆ ਨਹੀਂ, ਨਾ ਮੈਂ ਜਾਣਾ ਹੈ, ਨਾ ਮੇਰਾ ਸ਼ੌਂਕ ਹੈ। ਜਦੋਂ ਇੱਥੇ ਹੀ ਸ਼ੌਂਕ ਪੂਰੇ ਨਹੀਂ ਹੋ ਰਹੇ, ਇੱਥੇ ਕਿਸਾਨਾਂ ਦੀ ਮੰਗਾਂ, ਮੇਰਾ 40 ਸਾਲ ਦਾ ਕਿਸਾਨ ਅੰਦੋਲਨ ਹੈ, ਹਾਲੀ ਇੱਥੇ ਹੀ ਅਸੀਂ ਉਲਝੇ ਪਏ ਹਾਂ, ਤੇ ਮੈਂ ਬਾਹਰ ਕਿਉਂ ਜਾ? ਲੋਕ ਜਾਂਦੇ ਨੇ, ਮੈਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਬਾਹਰ ਦੇ ਮੁਲਕਾਂ ਦੇ ਵਿੱਚ ਕੋਈ ਕਾਨੂੰਨ ਹੈ, ਉੱਥੇ ਮਿਹਨਤਕਸ਼ ਬੰਦੇ ਨੂੰ ਇਨਸਾਫ ਮਿਲਦਾ ਹੈ, ਤੇ ਇੱਥੇ ਇਨਸਾਫ ਡਾਰੀਆਂ ਮਾਰ ਗਿਆ। ਤੇ ਮੈਂ ਦ੍ਰਿੜਤਾ ਨਾਲ ਅਗਲੇ ਦਿਨਾਂ ਵਿੱਚ ਜਿੰਨੇ ਜ਼ਿੰਦਗੀ ਦੇ ਹੈਗੇ ਨੇ, ਇਹ ਮੇਰੇ ਚਾਹ ਮੇਰੇ ਖਿਆਲ ਪੂਰੇ ਹੋ ਰਹੇ ਨੇ। ਚਾਹ ਪੂਰੇ ਹੋਣੇ ਨੇ, ਚਾਹ ਪੂਰੇ ਹੋ ਰਹੇ ਨੇ। ਤਾਂ ਮੈਂ ਤੁਹਾਡੇ ਤੋਂ ਜਾਣਨਾ, ਅੱਜ ਵਿਦੇਸ਼ਾਂ ਦੇ ਵਿੱਚ ਆਪਾਂ ਅਮਰੀਕਾ ਦੀ ਗੱਲ ਕਰੀਏ, ਕੈਨੇਡਾ ਦੀ ਗੱਲ ਕਰੀਏ, ਜੇ ਬਰਤਾਨੀਆ ਦੀ ਗੱਲ ਕਰੀਏ, ਉੱਥੇ ਵੀ ਪਾਰਲੀਮੈਂਟ ਦੇ ਵਿੱਚ ਕਿਸਾਨੀ ਮੁੱਦਾ ਗੂੰਜ ਰਿਹਾ। ਖਾਸ ਤੌਰ ਤੇ NI ਦੇ ਜਿਹੜੇ ਨੋਟਿਸ ਆਏ ਸੀ, ਉਹ ਭਾਵੇਂ ਕਿਸਾਨ ਆਗੂ ਨੂੰ ਆਏ ਜਾਂ ਜਿਨ੍ਹਾਂ ਨੇ ਵੀ ਹਮਾਇਤ ਕੀਤੀ ਇਸ ਅੰਦੋਲਨ ਦੀ, ਫੰਡਿੰਗ ਆਈ, ਉਹਨਾਂ ਨੂੰ ਨੋਟਿਸ ਭੇਜੇ ਗਏ ਨੇ। ਤੇ ਅੱਜ ਢੇਸੀ ਸਾਹਿਬ ਜੋ ਬਰਤਾਨੀਆ ਦੇ ਵਿੱਚ ਆਪਣੇ ਸੰਸਦ ਮੈਂਬਰ ਆਉਂਦੇ ਨੇ ਸਿੱਖ ਭਾਈਚਾਰੇ ਤੋਂ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਮਸਲਾ ਗੰਭੀਰਤਾ ਦੇ ਨਾਲ ਚੁੱਕਿਆ ਹੈ। NI ਦੇ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਨਾਲ ਜਿਹੜੀ ਗੱਲਬਾਤ ਹੋਈ ਹੈ, ਉਹਦੀ ਥੋੜੀ ਡੂੰਘਾਈ ਦੇ ਨਾਲ ਸਾਨੂੰ ਦੱਸੋ, ਗੱਲ ਕਿਵੇਂ ਸ਼ੁਰੂ ਹੋਈ ਤੇ ਕੇਂਦਰ ਸਰਕਾਰ ਦਾ ਕੀ ਰਵੱਈਆ ਰਿਹਾ? ਬਹੁਤ ਸਖਤ ਸਟੈਂਡ ਲਿਆ ਹੈ ਵੀ ਜਿਹੜੇ ਬੰਦਿਆਂ ਨੂੰ, ਜਿਹੜੇ ਇੱਕ ਲੰਗਰ ਦੀ ਸੇਵਾ ਕਰ ਰਹੇ ਨੇ ਬਾਬੇ, ਜਿਹੜੇ ਲੋਕ ਕੋਈ ਇੱਕ ਬੱਸ ਘੱਲ ਦਿੰਦਾ ਇੱਥੇ ਸੰਗਤ ਨੂੰ ਪਹੁੰਚਾਉਣ ਵਾਸਤੇ, ਵਾਪਸ ਲਿਜਾਣ ਵਾਸਤੇ, ਤੁਸੀਂ ਉਹਨਾਂ ਆਮ ਜਨਤਾ ਨੂੰ ਨੋਟਿਸ ਭੇਜ ਰਹੇ ਹੋ। ਕੋਈ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਇਸ ਅੰਦੋਲਨ ਦੇ ਹਿੱਸਾ ਕੁਝ ਉਹਨਾਂ ਨੂੰ ਵੀ ਨੋਟਿਸ ਆਏ ਨੇ। ਅਸੀਂ ਅੱਜ ਸਵਾਲ ਕੀਤਾ ਹੈ ਵੀ ਜੇ ਸਾਡੇ ਕੋਈ ਚਾਲ ਚੱਲਣ ਵਾਲਾ ਸੀ, ਅਸੀਂ ਕ੍ਰਾਈਮ ਕੀਤਾ ਹੈ, ਕਿਸੇ ਤਰ੍ਹਾਂ ਦਾ ਜੁਰਮ ਕੀਤਾ ਹੈ, ਕਾਨੂੰਨ ਨੂੰ ਹੱਥ 'ਚ ਦਿਆ ਹੈ, ਤੇ ਫਿਰ ਵੀ ਅਸੀਂ ਇੱਥੇ ਹੀ ਸੀ, ਪਹਿਲੋਂ ਕਿਉਂ ਨਹੀਂ ਸਾਨੂੰ ਹੱਥ ਪਾਇਆ? ਤੁਸੀਂ ਪਹਿਲੋਂ ਕਿਉਂ ਨਹੀਂ ਸਾਡੇ ਤੇ ਕੋਈ ਕਮੇਟੀ ਬਣਾ ਕੇ ਸਾਡੀ ਪੁਣਛਾਣ ਕੀਤੀ ਵੀ ਇਹ ਕੌਣ ਬੰਦਾ, ਸਤਨਾਮ ਸਿੰਘ ਵੈਰੂ ਕਿੱਥੋਂ ਪੈਦਾ ਹੋਇਆ, ਅੱਜ ਕੀ ਇਹਦੀਆਂ ਸਰਗਰਮੀਆਂ ਦੇ ਜਿਉਣ ਦੇ ਸਾਧਨ ਕੀ ਨੇ? ਤੇ ਅੱਜ ਤੁਹਾਨੂੰ ਜਦੋਂ ਕਿਸਾਨ ਮੋਰਚੇ ਨੇ ਤੁਹਾਡੀ ਧੌਣ ਤੇ ਗੋਡਾ ਦੇ ਦਿੱਤਾ, ਅੱਜ ਤੁਸੀਂ ਸਾਨੂੰ ਦਾਪੇ ਮਾਰਦੇ ਹੋ। ਇਹ ਦਾਪੇ ਚੱਲਦੇ ਨਹੀਂ। ਉਹਨੇ ਖੈਰ ਕਿਹਾ ਸ਼ਰਮਿੰਦੇ ਥੱਲੇ ਧੌਣ ਕਰਕੇ, ਕਹਿੰਦਾ ਮੈਂ ਪਤਾ ਕਰਾਵਾਂਗਾ ਜੇ ਹੋ ਰਿਹਾ ਤਾਂ ਗਲਤ ਹੋ ਰਿਹਾ। ਮਤਲਬ ਕੇਂਦਰ ਸਰਕਾਰ ਇਸ ਮੁੱਦੇ ਤੇ ਸ਼ਰਮਿੰਦਾ ਨਜ਼ਰ ਆਈ? ਬਿਲਕੁਲ ਆਈ ਹੈ, ਕਿਉਂਕਿ ਹੈ ਹੀ ਉਹਦਾ ਉਲਟ। ਜਦੋਂ ਆਮ ਜਨਤਾ ਨੂੰ, ਆਮ ਕਾਨੂੰਨਦਾਨਾਂ ਨੂੰ ਪਤਾ ਹੈ ਬਈ ਇੱਕ ਬੰਦਾ ਸਤਨਾਮ ਸਿੰਘ ਵੈਰੂ ਵੇ, ਉਹਦੀ 81 ਸਾਲ ਦੀ ਉਮਰ ਹੋਈ ਹੈ, ਉਹਦੀ ਕਿਤੇ ਥਾਣੇ ਰਵੜ ਨਹੀਂ, 57 ਦੀ ਨਹੀਂ, ਤੇ ਅੱਜ ਐਡੇ ਵੱਡੇ ਵੱਡੇ ਨੋਟਿਸ ਵੈਰੂ ਨੂੰ ਆਉਣਗੇ, ਤੇ ਫਿਰ ਬਦਨਾਮੀ ਤਾਂ ਨੋਟਿਸ ਦੇਣ ਵਾਲੇ ਨੂੰ ਹੋਵੇਗੀ ਨਾ, ਜਾਂ ਜਿਨ੍ਹਾਂ ਦੇ ਛਾਰਿਆਂ ਤੇ ਉਹ ਏਜੰਸੀਆਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਸ਼ਰਮਿੰਦਗੀ ਹੋਊਗੀ। ਵੈਰੂ ਜੇ ਸਾਫ਼ ਸੁਥਰਾ ਤਾਂ ਉਹਦੇ ਤੇ ਕੀ ਆਊਗਾ? ਮੈਨੂੰ ਯਾਰ ਨੋਟਿਸ ਦੇ ਦੇ ਲੈ, ਮੈਂ ਚੈਲੰਜ ਕਰਦਾ ਮੈਂ ਬਈ ਜਦੋਂ ਸਾਡਾ ਜੀਵਨ ਠੀਕ ਹੈ, ਅਸੀਂ ਲੋਕਾਂ ਵਾਸਤੇ ਲੜ ਰਹੇ ਹਾਂ,
ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਮੈਦਾਨ ਵਿੱਚ ਉਤਰੇ ਆ ਤੇ ਸਾਨੂੰ ਇਹਨਾਂ ਨੋਟਿਸਾਂ ਦਾ ਕੀ ਡਰ ਹੈ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨ ਕਿਤੇ ਵੀ ਡੋਲਦੇ ਨਜ਼ਰ ਨਹੀਂ ਆਏ ਤੇ ਆਪਾਂ ਦੇਖੀਏ ਤਾਂ ਆਪਣੇ ਬਥੇਰੇ ਪਹਿਲਾਂ ਵੀ ਅੰਦੋਲਨ ਚੱਲੇ ਨੇ, ਪਰ ਇੰਨਾ ਵੱਡਾ ਪੱਧਰ ਤੇ ਅੰਦੋਲਨ ਚੱਲਣਾ ਤੇ ਸਾਰੀਆਂ ਜਿਹੜੀਆਂ ਹਵਾਵਾਂ ਆ ਗਈਆਂ ਨੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਚੱਲਦੀਆਂ। ਸੰਗਤਾਂ ਨੇ ਵੀ ਲੰਗਰ ਲਾਤੇ, ਆਪਾਂ ਸਿੱਧੀ ਗੱਲ ਕਹੀਏ ਠੋਕੇ ਤਾਂ VIP ਸਹੂਲਤਾਂ ਤੱਕ ਵੀ ਆਪਣੇ ਇੱਥੇ ਮਿਲਦੀਆਂ ਨੇ। NRI ਵੀਰਾਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ, ਹਸਪਤਾਲ ਤੱਕ ਵੀ ਇੱਥੇ ਬਣਾ ਦਿੱਤੇ, ਬਿਲਕੁਲ ਮੁਫਤ ਦਵਾਈਆਂ ਇਲਾਜ ਉੱਥੇ ਮਿਲਦੇ ਨੇ। ਕਿਹੜੀ ਏਡੀ ਵੱਡੀ ਤਾਕਤ ਹੈਗੀ ਹੈ ਜਿਹੜੀ ਕਿਸਾਨਾਂ ਦੇ ਪਿੱਛੇ ਕੰਮ ਕਰ ਰਹੀ ਹੈ, ਇਸ ਅੰਦੋਲਨ ਨੂੰ ਇਸ ਮੁਕਾਮ ਤੱਕ ਲੈ ਆਈ ਹੈ? ਸਭ ਤੋਂ ਵੱਡੀ ਤਾਕਤ ਹੁੰਦੀ ਵਿਸ਼ਵਾਸ। ਮੇਰੀ ਜ਼ਿੰਦਗੀ ਦਾ ਇਹ ਤਜਰਬਾ ਹੈ ਵਿਸ਼ਵਾਸ। ਪਰਿਵਾਰ ਦੇ ਮੁਖੀ ਦਾ ਵਿਸ਼ਵਾਸ ਪਰਿਵਾਰ ਦੇ ਵਿੱਚ ਬਣਿਆ ਰਹੇ ਤਾਂ ਪਰਿਵਾਰ ਦਾ ਮੁਖੀ। ਅਸੀਂ 2 ਮਹੀਨੇ ਵਿਸ਼ਵਾਸ ਬਣਾਇਆ। ਅਸੀਂ ਲੋਕਾਂ ਨੂੰ ਇਹਨਾਂ ਕਾਲੇ ਕਾਨੂੰਨਾਂ ਤੋਂ ਜਾਣੂ ਕਰਵਾਇਆ, ਕੈਂਪ ਲਾਏ, ਸੈਮੀਨਾਰ ਕੀਤੇ, ਰੈਲੀਆਂ ਕੀਤੀਆਂ, ਰੇਲਾਂ ਜਾਮ ਕੀਤੀਆਂ। ਜਿਹੜੇ ਲੋਕਾਂ ਦੀ ਅਸੀਂ ਅਗਵਾਈ ਕਿਸਾਨਾਂ ਦੀ, ਮਜ਼ਦੂਰਾਂ ਦੀ, ਭਾਰਤ ਦੇ ਲੋਕਾਂ ਦੀ ਕਰ ਰਹੇ ਸੀ, ਅਸੀਂ ਜਦੋਂ ਵੇਖਿਆ ਵੀ ਸਾਡੇ ਵਿੱਚ ਇਹਨਾਂ ਦਾ ਵਿਸ਼ਵਾਸ ਵੱਧ ਗਿਆ, ਅਸੀਂ ਦਿੱਲੀ ਆ ਗਏ। ਔਰ ਉਹ ਦਿੱਲੀ ਆ ਕੇ ਸਾਡਾ ਵਿਸ਼ਵਾਸ ਉਹਨਾਂ ਦਾ ਤਾਂ ਪਹਾੜ ਜਿੱਡਾ, ਸਾਡਾ ਪਰਬਤ ਜਿੱਡਾ ਵਿਸ਼ਵਾਸ। ਲੋਕਾਂ ਨੂੰ, ਲੱਖਾਂ ਲੋਕਾਂ ਨੂੰ, ਬੀਬੀਆਂ ਨੂੰ, ਬੱਚਿਆਂ ਨੂੰ ਇਹ ਵਿਸ਼ਵਾਸ ਹੈ ਵੀ ਸੰਯੁਕਤ ਕਿਸਾਨ ਮੋਰਚੇ ਦਾ ਲੀਡਰ ਹੈ, ਹੁਣ ਸਾਡਾ ਬੇੜਾ ਪਾਰ ਲਾਏਗਾ। ਔਰ ਪਬਲਿਕ ਤੇ ਸਾਨੂੰ ਵਿਸ਼ਵਾਸ ਹੈ, ਭਾਵੇਂ 6 ਮਹੀਨੇ ਦੀ ਬਜਾਏ ਸਾਲ ਲੱਗ ਜਾਏ, ਇਹ ਹੁਣ ਹੱਲਦੇ ਨਹੀਂ ਇਹਦੇ। ਤਾਂ ਹੀ ਤਾਂ ਅੱਜ ਵੇਖੋ ਨਾ, ਅੱਜ ਕਿਵੇਂ ਯਕਦਮ ਪੈਰਡਾਬਾਜ਼ੀ ਸਰਕਾਰ ਦੇ ਬਦਲੀ, ਜਿਹੜੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ, ਕਹਿੰਦੇ ਜੀ ਇਹ ਤਾਂ ਹੁਣ ਕਾਨੂੰਨ ਬਣ ਗਿਆ। ਹੁਣ ਸੁਪਰੀਮ ਕੋਰਟ ਕਿਹੜੇ ਮੂੰਹ ਨਾਲ ਹਲਫਨਾਮਾ ਦੇਣਗੇ, ਕਿਹੜੇ ਮੂੰਹ ਨਾਲ ਦੇਣਗੇ, ਲੋਕਾਂ 'ਚ ਕੀ ਦੱਸਣਗੇ? ਐਡਾ ਵੱਡਾ ਇਹਨਾਂ ਨੇ ਮਹਾਨ ਗਲਤੀ ਕੀਤੀ ਹੈ। ਐਡੇ ਬਜ਼ੁਰਗਾਂ ਨੂੰ, ਸਾਡੀ ਉਮਰ ਦੇ ਲੋਕਾਂ ਨੂੰ ਸਰਦੀ ਵਿੱਚ ਪਾਣਾ, ਬਾਰਿਸ਼ ਪੈ ਰਹੀ ਹੋਵੇ ਤੇ 2-2 ਮਹੀਨੇ ਅਸੀਂ ਸੜਕਾਂ ਤੇ ਰੋਈਏ, ਇਹ ਇਤਿਹਾਸ ਇਹਨਾਂ ਨੂੰ ਮਾਫ ਨਹੀਂ ਕਰੂਗਾ। ਸਾਡਾ ਵਿਸ਼ਵਾਸ ਹੈ, ਤਾਕਤ ਵਿਸ਼ਵਾਸ ਹੈ। ਸਤਨਾਮ ਸਿੰਘ ਜੀ, ਬੜੀ ਵਧੀਆ ਗੱਲ ਕਹੀ ਤੁਸੀਂ ਕਿ ਤੁਹਾਨੂੰ ਲੋਕਾਂ ਤੇ ਵਿਸ਼ਵਾਸ ਹੈ ਤੇ ਲੋਕਾਂ ਨੂੰ ਤੁਹਾਡੇ ਉੱਤੇ ਪੂਰਾ ਵਿਸ਼ਵਾਸ ਕਾਇਮ ਹੈਗਾ, ਤੇ ਇਹ ਵਿਸ਼ਵਾਸ ਹੀ ਇਸ ਅੰਦੋਲਨ ਨੂੰ ਅੱਗੇ ਤੱਕ ਲੈ ਕੇ ਆਇਆ ਹੈ। ਪਰ ਮੈਂ ਇਹ ਵੀ ਜਾਣਨਾ ਚਾਹੁੰਦਾ, ਇਸ ਅੰਦੋਲਨ ਦੇ ਵਿੱਚੋਂ ਜਿੱਥੇ ਕੇਂਦਰ ਸਰਕਾਰ ਦੀ ਕਿਰਕਰੀ ਹੋਈ ਹੈ, ਉੱਥੇ ਨਿਆਂ ਪ੍ਰਣਾਲੀ ਦੇ ਉੱਤੇ ਵੀ ਉਂਗਲਾਂ ਚੁੱਕੀਆਂ ਗਈਆਂ ਨੇ। ਨਿਆਂ ਪ੍ਰਣਾਲੀ ਦੇ ਨਾਲ ਨਾਲ ਇਸ ਵਿੱਚ ਆਪਾਂ ਮੀਡੀਆ ਦੇ ਹਿੱਸੇ ਉੱਤੇ ਵੀ ਸਵਾਲ ਉੱਠੇ, ਜਿਨ੍ਹਾਂ ਨੂੰ ਆਪਾਂ ਗੋਦੀ ਮੀਡੀਆ ਵੀ ਕਹਿੰਦੇ ਆ, ਤੇ ਉਸ ਤੋਂ ਬਾਅਦ ਜਿਹੜੀ ਕੇਂਦਰ ਦੀਆਂ ਏਜੰਸੀਆਂ ਸੀ ਉਹ ਵੀ ਹੁਣ ਲਪੇਟੇ ਦੇ ਵਿੱਚ ਆ ਗਈਆਂ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਪਹਿਲਾਂ ਤਾਂ ਇਹ ਮੰਨਿਆ ਜਾਂਦਾ ਸੀ ਕਿ ਜਿਹੜੇ ਸਰਕਾਰਾਂ ਹੁੰਦੀਆਂ ਉਹ ਬੜੀਆਂ ਤਾਕਤਵਰ ਹੁੰਦੀਆਂ, ਸਰਕਾਰਾਂ ਤਾਂ ਛੱਡੋ, ਅੱਜ ਜਿਹੜੀਆਂ ਉਹਨਾਂ ਦੀਆਂ ਏਜੰਸੀਆਂ ਹੈਗੀਆਂ ਨੇ, ਨਿਆਂ ਪ੍ਰਣਾਲੀ ਸਾਰਾ ਕੁਝ ਹੈਗਾ, ਉਹ ਵੀ ਕਿਤੇ ਨਾ ਕਿਤੇ ਕਮਜ਼ੋਰ ਪੈਂਦੀਆਂ ਆਉਂਦੀਆਂ ਨਜ਼ਰ, ਕੀ ਵੱਡਾ ਕਾਰਨ ਮੰਨਦੇ ਹੋ? ਇਹ ਤਾਂ ਬੜੀ ਚਿੰਤਾ ਵਾਲੀ ਗੱਲ ਤੁਸੀਂ ਛੋਈ ਹੈ। ਸਾਰੀਆਂ ਗੱਲਾਂ ਤੋਂ ਗੱਲ ਇਹ ਸਭ ਵੱਡੀ ਹੈ। ਹਰ ਦੇਸ਼ ਦੇ ਨਾਗਰਿਕ ਨੂੰ ਇੱਕ ਮਾਣ ਹੁੰਦਾ ਹੈ, ਇੱਕ ਵਿਸ਼ਵਾਸ ਹੁੰਦਾ ਹੈ। ਵਿਸ਼ਵਾਸ ਦੀ ਗੱਲ ਮੈਂ ਫਿਰ ਕਰਨ ਲੱਗਾ ਵੀ ਮੇਰੇ ਨਾਲ ਗਲੀ ਗਵਾਂਢ ਇਲਾਕੇ ਵਿੱਚ ਕੋਈ ਧੱਕਾ ਹੋਵੇ ਜਾਂ ਰਾਜਨੀਤਿਕ ਧੱਕਾ ਹੋਵੇ, ਬਦਲਾਖੋਰੀ ਦੇ ਤਹਿਤ ਮੇਰੇ ਤੇ ਕੋਈ ਮੁਕੱਦਮਾ ਬਣਦਾ ਹੈ ਤੇ ਮੈਂ ਨਿਆਂ ਪਾਲਕਾਂ ਦੇ ਵਿੱਚ ਇਨਸਾਫ ਲਵਾਂਗਾ। ਉਹ ਵਿਸ਼ਵਾਸ ਟੁੱਟਦਾ ਜਾ ਰਿਹਾ ਹੈ। ਨਿਆਂ ਪਾਲਕਾਂ ਨੂੰ ਉਹ ਵਿਸ਼ਵਾਸ ਜਿਹੜਾ ਕਮਜ਼ੋਰ ਹੁੰਦਾ ਜਾ ਰਿਹਾ, ਉਹਨੂੰ ਸੰਭਾਲਣ ਦੀ ਲੋੜ ਹੈ। ਸੁਪਰੀਮ ਕੋਰਟ ਦੇ ਵਿਸ਼ੇਸ਼ ਕਰਕੇ ਮੈਂ ਚੀਫ ਜਸਟਿਸ ਨੂੰ ਸੰਬੋਧਨ ਹੋ ਕੇ ਕਹਿਣਾ ਚਾਹਣਾ ਵਾਂ, ਜਿਹੜਾ ਨਿਆਂ ਪਾਲਕਾਂ ਤੋਂ ਵਿਸ਼ਵਾਸ ਉੱਠਣਾ ਇਹ ਦੇਸ਼ ਵਾਸਤੇ, ਨਾਗਰਿਕ ਵਾਸਤੇ ਹਾਨੀਕਾਰਕ ਹੈ। ਇਸ ਵਿਸ਼ਵਾਸ ਨੂੰ ਕਾਇਮ ਰੱਖੋ। ਜਦੋਂ ਕਿਤੋਂ ਕਿਸੇ ਨੂੰ ਇਨਸਾਫ ਨਹੀਂ ਮਿਲਦਾ, ਉਹ ਨਿਆਂ ਪਾਲਕਾਂ ਵਿੱਚ ਜਾਂਦਾ ਹੈ, ਸੈਸ਼ਨ ਜੱਜ ਜਾਂਦਾ ਹੈ, ਹਾਈ ਕੋਰਟ ਜਾਂਦਾ ਹੈ, ਸੁਪਰੀਮ ਕੋਰਟ ਆਉਂਦਾ ਹੈ ਤੇ ਉਹਨੂੰ ਇਨਸਾਫ ਮਿਲਦਾ ਹੈ। ਹੁਣ ਇਨਸਾਫ ਥੋੜਾ ਜਿਹਾ ਕਮਜ਼ੋਰ ਨਜ਼ਰ ਆਉਂਦਾ ਹੈ। ਇਹ ਕਮਜ਼ੋਰੀ ਜਿਹੜੀ ਹੈ, ਇਹ ਇਹਨਾਂ ਨੂੰ ਥੋੜਾ ਜਿਹਾ ਰਾਜਨੀਤਿਕ ਪਾਰਟੀਆਂ ਦੇ ਹੁਣ ਤਾਂ ਆਮ ਚਰਚਾ ਹੋਣ ਲੱਗ ਪਈ। ਇਹ ਮੈਂ ਕੋਈ ਮਾਣਹਾਨੀ ਨਹੀਂ ਕਰ ਰਿਹਾ ਕੋਰਟ ਦੀ, ਆਮ ਜਦੋਂ ਖੁਦ ਚਰਚਾ ਹੋਣ ਲੱਗ ਪਈ, ਯਾਰ ਹੁਣ ਤਾਂ ਨਿਆਂ ਪਾਲਕਾਂ ਵੀ ਰਾਜਨੀਤਿਕ ਦਬਾਅ ਥੱਲੇ ਕੰਮ ਕਰ। ਇਹ ਚਿੰਤਾ ਹੈ, ਬਹੁਤ ਵੱਡੀ ਚਿੰਤਾ ਹੈ। ਹੁਣ ਤਾਂ ਅਸੀਂ ਚੀਫ ਜਸਟਿਸ ਦੇਖੇ, ਉਹ ਐਡੇ ਰੁਤਬੇ ਦੇ ਉੱਤੇ ਜਾ ਕੇ ਵੀ ਫਿਰ ਭਾਰਤ ਸਰਕਾਰ ਤੋਂ ਕੋਈ ਨਾ ਕੋਈ ਪ੍ਰਾਪਤ ਕਰਨ ਵਾਸਤੇ ਆਪ ਦੀਆਂ ਫਰਜ਼ਾਂ ਤੋਂ ਪਿੱਛੇ ਚਲੇ ਜਾਂਦੇ। ਬਹੁਤ ਸਾਰੇ ਕੇਸਾਂ ਦੀ ਮੈਂ ਮਿਸਾਲ ਦੇ ਸਕਦਾ ਕਿ ਮੈਂ ਪਟੀਸ਼ਨਰ ਹਾਂ। ਮੈਂ ਸ਼ੌਂਕ ਹੈ ਪਹਿਲੋਂ ਲੋਕਾਂ ਨੂੰ ਇਕੱਠੇ ਕਰਨਾ, ਅੰਦੋਲਨ ਕਰਨਾ, ਫਿਰ ਰਾਜਨੀਤਿਕ ਚੇਤਨਾ ਪੈਦਾ ਕਰਨਾ, ਔਰ ਰਾਜਨੀਤਿਕ ਚੇਤਨਾ ਪਾ ਕੇ ਵੋਟ ਪਾ ਕੇ ਵੀ ਇਨਸਾਫ ਨਹੀਂ, ਫਿਰ ਨਿਆਂ ਪਾਲਕਾਂ ਦਾ ਕੁੰਡਾ ਖੜਕਾਣਾ। ਮੈਂ ਬਹੁਤ ਸਾਰੇ ਕੇਸ ਜਿੱਤੇ ਵੀ, ਬਹੁਤ ਸਾਰੇ ਹਾਰੇ ਵੀ। ਹਾਰਨ ਦਾ ਕਾਰਨ ਵੀ ਕਿਸੇ ਦਬਾਅ ਕਰਕੇ, ਕਿਉਂਕਿ ਮੈਂ ਐਡਾ ਤਾਂ ਹੈ ਨਹੀਂ ਮੂਰਖ ਜਾ ਕੇ ਸੁਪਰੀਮ ਕੋਰਟ ਵਿੱਚ ਜਾਂ ਹਾਈ ਕੋਰਟ ਵਿੱਚ ਜਨਤਾ ਦਾ ਕੇਸ ਰੱਖਾਂ ਤੇ ਉਥੋਂ ਬੇਇੱਜ਼ਤੀ ਕਰਾ ਕੇ ਆਵਾਂ। ਤੱਥਾਂ ਦੇ ਤਹਿਤ ਜਾਈਦਾ ਹੈ। ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਹੋਈਆਂ ਨੇ, ਬਹੁਤ ਸਾਰੀਆਂ ਠੋਕਰਾਂ ਵੀ ਲੱਗੀਆਂ ਨੇ। ਸਵਾਮੀ ਨਾਥਨ ਬਾਰੇ ਵੀ ਸੁਪਰੀਮ ਕੋਰਟ ਨੂੰ ਇੱਕ ਸਰਕਾਰ ਦਾ ਹਲਫਨਾਮਾ ਝੂਠਾ ਮੰਨ ਕੇ ਤੇ ਮੇਰੇ ਕੇਸ ਨੂੰ ਖਰਾਬ ਕੀਤਾ ਗਿਆ, ਜਦੋਂ ਕਿ ਮੈਂ ਸੱਚਾ ਸੀ।
ਉਹਨਾਂ ਨੇ ਜਿਹੜਾ ਵਾਅਦਾ ਖਿਲਾਫੀ ਕੀਤੀ 2014 ਚ ਵੋਟਾਂ ਲੈ ਕੇ ਕਰੋੜਾਂ ਲੋਕਾਂ ਨਾਲ, ਉਹ ਵਾਅਦਾ ਤੋੜਿਆ। ਤੇ ਮੈਂ ਤੱਥਾਂ ਤਹਿਤ ਉਹ ਬੀਜੇਪੀ ਦਾ ਚੋਣ ਮਨੋਰਥ ਪੱਤਰ ਵੀ ਰਿਟ ਪਟੀਸ਼ਨ ਤੇ ਲਾਤਾ, ਫਿਰ ਵੀ ਅੱਖੀ ਮੀਟ ਕੇ ਮੇਰੇ ਖਿਲਾਫ ਫੈਸਲਾ। ਸਤਨਾਮ ਸਿੰਘ ਵਹਿਰੂ ਜੀ, ਪੱਤਰਕਾਰਤਾ ਦੀ ਗੱਲ ਕਰੀਏ, ਜਿੱਦਾਂ ਕਿ ਮੀਡੀਆ ਦੇ ਉੱਤੇ ਸਵਾਲ ਉੱਠੇ ਨੇ ਇੱਕ ਹਿੱਸੇ ਦੇ ਉੱਤੇ ਜਿਹੜਾ ਸਿਆਸੀ ਟੂਲ ਬਣ ਚੁੱਕਿਆ ਹੈ, ਤੁਹਾਡੇ ਜ਼ਿੰਦਗੀ ਦਾ ਤਜਰਬਾ ਕੀ ਕਹਿੰਦਾ ਹੈ? ਕਿਉਂਕਿ ਜਿਹੜੇ ਪਹਿਲੇ ਪੱਤਰਕਾਰ ਹੁੰਦੇ ਸੀ, ਸੁਣਨ ਵਿੱਚ ਆਉਂਦਾ ਹੈ ਕਿ ਉਹ ਕਲਮ ਦੇ ਪਿੱਛੇ ਆਪਣੀ ਜਾਨ ਤੱਕ ਦੇ ਦਿੰਦੇ ਸੀਗੇ, ਆਪਣੀ ਖੂਨ ਪਸੀਨੇ ਦੀ ਜਿਹੜੀ ਕਮਾਈ ਹੈਗੀ ਸੀ ਘਰ-ਬਾਰ ਵੇਚ ਕੇ ਸਾਰਾ ਕਲਮ ਦੇ ਉੱਤੇ ਲਾ ਦਿੰਦੇ ਸੀ, ਤਾਂ ਜੋ ਜਿਹੜੀ ਪੱਤਰਕਾਰਤਾ ਹੈਗੀ ਉਸ ਉੱਤੇ ਲੋਕਾਂ ਦਾ ਭਰੋਸਾ ਬਣਿਆ ਰਹੇ, ਕਲਮ ਦੇ ਉੱਤੇ ਲੋਕਾਂ ਦਾ ਭਰੋਸਾ ਬਣਿਆ ਰਹੇ। ਪੁਰਾਣੀ ਪੱਤਰਕਾਰਤਾ ਤੇ ਜਿਹੜੇ ਪੁਰਾਣੇ ਪੱਤਰਕਾਰ ਸੀ ਤੇ ਅੱਜ ਦੇ ਜਿਹੜੇ ਪੱਤਰਕਾਰ ਨੇ, ਉਹਨਾਂ ਵਿੱਚ ਕੀ ਫਰਕ ਦੇਖਦੇ ਹੋ ਤੁਸੀਂ? ਕਿਉਂਕਿ ਉਦੋਂ ਵੀ ਕਈ ਸਿਆਸਤਦਾਨਾਂ ਨੇ ਅਖਬਾਰਾਂ ਚਲਾਈਆਂ ਨੇ, ਪਰ ਉਹਨਾਂ ਦੇ ਉੱਤੇ ਕਦੇ ਸਵਾਲ ਨਹੀਂ ਉੱਠੇ। ਵੇਖੋ, ਪੱਤਰਕਾਰੀ ਇੱਕ ਰਿਜ਼ਕੀ ਹੈ, ਬੜਾ ਵਿਸਫੋਟਕ ਤੁਸੀਂ ਸੇਵਾ ਕਰ ਰਹੇ ਹੋ। ਮੈਂ ਸਮਝਦਾ ਤੁਸੀਂ ਯਾਰ ਖਬਰ ਲਾ ਦਿਓ, ਮੈਨੂੰ ਜ਼ਿੰਦਗੀ ਦਾ ਤਜਰਬਾ ਹੈ, ਯਾਰ ਖਬਰ ਸੱਚਾਈ ਦੀ ਲਾ ਦਿਓ। ਇੱਕ ਮੇਰੇ ਵਰਗੇ ਲੀਡਰ ਦੀ ਤੁਸੀਂ ਜਾਣੇ ਅਣਜਾਣੇ ਖਬਰ ਲਾ ਦਿਓ, ਮੈਂ ਜੁੱਤੀ ਲਾ ਲੈਂਦਾ। ਇਹ ਨਹੀਂ ਮੈਂ ਕਦਰ ਕਰਦਾ ਵੀ ਉਹਨੇ ਕਿਹੜੇ ਹਾਲਾਤਾਂ 'ਚ ਸੱਚਾਈ ਨੂੰ ਸਾਹਮਣੇ ਰੱਖ ਕੇ ਲਾਇਆ। ਇਹ ਜਿਹੜਾ ਪੱਤਰਕਾਰੀ ਇੱਕ ਬਹੁਤ ਵੱਡੀ ਤਾਕਤ ਹੈ। ਪੱਤਰਕਾਰੀ ਸਮੇਂ ਸਿਰ ਹੋ ਜਾਏ, ਸਮੇਂ ਸਿਰ ਰਿਪੋਰਟ ਕਰਦੇ ਕਿਸੇ ਮੁੱਦੇ ਦੀ, ਤੇ ਕੋਈ ਵੀ ਵੱਡੇ ਤੋਂ ਵੱਡਾ ਤਲਾੜ ਬਚ ਨਹੀਂ ਸਕਦਾ। ਮੈਂ ਪੱਤਰਕਾਰੀ ਦੀ ਤਾਕਤ ਨਾਲ ਵੱਡੇ ਵੱਡੇ MLA ਸੈਂਟਰ ਜੇਲ੍ਹ ਪਟਿਆਲਾ ਵਿੱਚ ਬੰਦ ਕਰਾਏ, ਤਾਕਤ ਨਾਲ, ਕਲਮ ਦੀ ਤਾਕਤ ਨਾਲ। ਜਦੋਂ ਉਹਨਾਂ ਨੇ ਮੁੱਦਾ ਮੇਰਾ ਸਹੀ ਢੰਗ ਨਾਲ ਉਭਾਰਿਆ, ਮੁੱਖ ਖਬਰਾਂ ਬਣਾਈਆਂ, ਤੇ 5 ਮੁੱਖ ਮੰਤਰੀ ਉਹਨਾਂ ਨੂੰ ਬਚਾ ਨਹੀਂ ਸਕੇ ਸੈਂਟਰ ਜੇਲ੍ਹ ਪਟਿਆਲਾ ਜਾਣਾ। ਸੋ ਕਲਮਾਂ ਦੇ ਵਿੱਚ ਤਾਕਤ ਤਾਂ ਬਹੁਤ ਹੈ, ਪਰ ਇਹਦੇ ਵਿੱਚ ਕਿਤੇ ਨਾ ਕਿਤੇ, ਜਿਵੇਂ ਆਪਾਂ ਨਿਆਂਪਾਲਕਾਂ ਦੀ ਗੱਲ ਕਰਦੇ ਹਾਂ, ਇਹਦੇ 'ਚ ਕਿਤੇ ਨਾ ਕਿਤੇ ਗਿਰਾਵਟ ਹੈ, ਪਰ ਫਿਰ ਵੀ ਇਹ ਗਿਰਾਵਟ ਇੰਨੀ ਮੈਂ ਨਹੀਂ ਮੰਨਦਾ ਜਿੰਨੀ ਨਿਆਂਪਾਲਕਾਂ ਦੀ। ਹਾਲੀ ਵੀ ਯਾਦ ਲੋਕ ਹੈਗੇ ਨੇ ਜਿਹੜੇ ਆਪਣੀ ਜਾਨ ਦੀ ਬਾਜੀ ਲਾ ਕੇ ਸੱਚਾਈ ਨੂੰ ਇੱਕ ਨੰਬਰ ਤੇ ਲੈ ਕੇ ਜਾਂਦੇ। ਦੇਖੋ, ਤੁਹਾਡੀ ਗੱਲਾਂ ਦੇ ਨਾਲ ਹਵਾ ਦਾ ਠੰਡਾ ਬੁੱਲਾ ਵੀ ਅੰਦਰ ਆ ਗਿਆ ਜੀ। ਤੇ ਚਲੋ, ਆਪਾਂ ਗੱਲਾਂ ਵੀ ਠੰਡੀਆਂ ਕਰ ਰਹੇ ਹਾਂ ਨਾ, ਆਪਾਂ ਗਰਮ ਤਾਂ ਗੱਲਾਂ ਨਹੀਂ ਕੀਤੀਆਂ। ਪਰ ਇੱਕ ਗੱਲ ਹੈ, ਤੁਸੀਂ ਦੇਖੋ ਬੱਸ ਦੇ ਦਰਵਾਜ਼ੇ ਖਿੜਕੀਆਂ ਖੁੱਲੇ ਨੇ, ਠੰਡ ਦੇ ਵਿੱਚ ਵੀ ਆਪਾਂ ਨੂੰ ਠੰਡ ਨਹੀਂ ਲੱਗ ਰਹੀ। ਤੁਹਾਡੀ ਗੱਲਾਂ ਦੇ ਵਿੱਚ ਗਰਮੈਸ਼ ਨਿੱਘ ਵੀ ਜ਼ਰੂਰ ਹੈਗਾ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਮੇਰੇ ਦਿਮਾਗ 'ਚ ਤੁਹਾਡੀ ਜਥੇਬੰਦੀ ਦਾ ਨਾਮ ਸਕਿਪ ਹੋ ਗਿਆ, ਕਿ ਕਿਸਾਨ ਜਥੇਬੰਦੀ ਦਾ ਪੂਰਾ ਨਾਮ? ਜਥੇਬੰਦੀ ਮੈਂ ਕੋਈ ਬੰਦਿਆਂ ਦੀ ਜਥੇਬੰਦੀ ਨਹੀਂ, ਇਹ ਫਾਰਮਰਜ਼ ਐਸੋਸੀਏਸ਼ਨ ਹੈ ਜੀ ਜੀ। ਅੱਗੇ ਹਰ ਜਥੇਬੰਦੀ ਨਾਲ ਬੰਦੇ ਦਾ ਨਾਂ ਜੁੜਿਆ ਹੈ ਜੀ ਆਇਆ, ਪਰ ਬੰਦੇ ਦਾ ਨਾਂ ਜਿੱਥੇ ਪੈ ਜਾਂਦਾ ਉੱਥੇ ਕਿਸਾਨ ਮੁੱਦਾ ਖਰਾਬ ਹੋ ਜਾਂਦਾ। ਵਿਅਕਤੀਗਤ ਨਹੀਂ, ਮੈਂ ਸਤਨਾਮ ਸਿੰਘ ਵਹਿਰੂ, ਮੇਰਾ ਬਹੁਤ ਸਾਰਾ ਤਜਰਬਾ ਹੈ, ਔਰ ਮੇਰੀ ਆਲ ਇੰਡੀਆ ਦੀ ਜਥੇਬੰਦੀ ਹੈ। ਸਾਰੇ ਸੂਬਿਆਂ 'ਚ ਅਸੀਂ ਬਾਹਲੇ ਐਡੇ ਵੱਡੇ ਨਹੀਂ, ਮੁਰਦਾਬਾਦ ਜਿੰਦਾਬਾਦ ਰੋਜ਼ ਕਹੀਏ, ਪਰ ਮੁੱਦੇ ਦੇ ਦਾਸਤ ਨਾਲ ਫਾਰਮਰਜ਼ ਐਸੋਸੀਏਸ਼ਨ। ਇਹ ਜ਼ਰੂਰ ਦੱਸੋ ਸਾਨੂੰ ਕਿ ਜਿਹੜੀ ਕਿਸਾਨੀ ਦੀ ਹਾਲਤ ਹੈਗੀ ਹੈ, ਉਹ ਸੁਧਾਰੀ ਕਿਵੇਂ ਜਾ ਸਕਦੀ ਹੈ? ਆਪਾਂ ਸਵਾਲ ਤਾਂ ਜ਼ਰੂਰ ਚੁੱਕਦੇ ਹਾਂ, ਚਲੋ ਖੇਤੀ ਕਾਨੂੰਨ ਅੱਜ ਨਹੀਂ ਤਾਂ ਕੱਲ੍ਹ ਨੂੰ ਰੱਦ ਕਰ ਦੂ ਕੇਂਦਰ ਸਰਕਾਰ, ਉਹ ਤਾਂ ਭਵਿੱਖ ਦੇ ਗਰਭ ਵਿੱਚ ਕੀ ਫੈਸਲਾ ਹੋਊਗਾ। ਪਰ ਅਸਲ ਮਾਇਨੇ ਦੇ ਵਿੱਚ ਕਿਸਾਨਾਂ ਨੂੰ ਖੁਦਕੁਸ਼ੀਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ? ਖੇਤੀ ਦੀ ਹਾਲਤ ਸੁਧਾਰੀ ਕਿਵੇਂ ਜਾ ਸਕਦੀ ਹੈ? ਤੇ ਸਾਡੇ ਦੇਸ਼ ਨੂੰ ਕਿਵੇਂ ਚੋਖੀ ਕਮਾਈ ਹੋ ਸਕਦੀ ਹੈ ਖੇਤੀ ਤੋਂ? ਇਹ ਤਾਂ ਤੁਸੀਂ ਸਵਾਲ ਕੀਤਾ ਸੀ ਵੀ ਕੋਈ ਰਾਜਸੀ ਪਾਰਟੀ ਤੁਹਾਡੀ ਮਿੱਤਰ ਹੈ, ਮੈਂ ਕਹਿੰਦੀ ਦੁਸ਼ਮਣ। ਜਦੋਂ ਦੇਸ਼ ਦੀ ਖੇਤੀ ਨੀਤੀ ਵਿਗਿਆਨਕ ਢੰਗ ਨਾਲ ਅੱਜ ਤੱਕ ਤੈਅ ਨਹੀਂ ਹੋਈ, ਤੇ ਅਸਾਂ ਮਰਦਾ ਹੀ। ਖੇਤੀ ਲਾਗਤ ਉੱਤੇ ਖਰਚੇ ਬਹੁਤ ਜ਼ਿਆਦਾ ਆਉਂਦੇ ਨੇ, ਕੀਮਤ ਅੱਧੀ, ਕਈਆਂ ਫਸਲਾਂ ਦੀ ਅੱਧੀ ਤੋਂ ਵੀ ਘੱਟ। ਜਦੋਂ ਘਾਟੇ ਦੀ ਖੇਤੀ ਬਣੇਗੀ, 2-3 ਏਕੜ ਪਰਿਵਾਰ ਵੱਧ ਗਏ, ਜ਼ਮੀਨਾਂ ਘਟ ਗਈਆਂ, ਤੇ ਅਸੀਂ ਕੋਈ ਚਾਹ ਨਾਲ ਖੁਦਕਸ਼ੀ ਨਹੀਂ ਕਰਦੇ। ਮੈਂ ਬਹੁਤ ਜਾਗਰੂਕ ਪੈਦਾ, ਸਾਰੇ ਜਥੇਬੰਦੀਆਂ ਚਿੰਤਾ 'ਚ ਨੇ ਵੀ ਖੁਦਕਸ਼ੀ ਕੋਈ ਕਾਰਨ ਨਹੀਂ। ਜਿੰਨਾ ਚਿਰ ਵਿਗਿਆਨਕ ਢੰਗ ਨਾਲ ਇੱਕੋ ਹੀ ਸਰ ਛੋਟੂ ਰਾਮ ਹੋਇਆ ਬੰਦਾ ਅੰਗਰੇਜ਼ ਹਕੂਮਤ ਵਿੱਚ, ਉਹ ਲਾਹੌਰ ਬਹਿ ਕੇ ਕਾਨੂੰਨ, ਸਰਕਾਰ ਅੰਗਰੇਜ਼ਾਂ ਦੀ ਵਿੱਚ ਬਹਿ ਕੇ ਕਿਸਾਨ ਪੱਖੀ ਕਾਨੂੰਨ ਬਣਾ ਸਕਦਾ ਹੈ। ਕਿਸਾਨ ਦੀ ਜ਼ਮੀਨ, ਕਿਸਾਨ ਦਾ ਬਲਦਗੱਡਾ, ਕਿਸਾਨ ਦੀ ਇਸਤਰੀ ਦੇ ਗਹਿਣੇ ਔਰ ਘਰ ਕੁਰਕ ਨਹੀਂ ਕੀਤਾ ਜਾ ਸਕਦਾ। ਤੇ ਅੱਜ ਦੇ ਇਹਨਾਂ ਛੋਟੂ ਰਾਮਾਂ ਤੋਂ ਮੈਂ ਪੁੱਛਣਾ ਚਾਹਨਾ ਮੈਂ, ਵੋਟਾਂ 80% ਕਿਸਾਨਾਂ ਮਜ਼ਦੂਰਾਂ ਦੀਆਂ ਪਿੰਡਾਂ ਦੀਆਂ, ਤੇ ਕਾਰਪੋਰੇਟਰ ਘਰਾਣਿਆਂ ਦੀ ਅਗਵਾਈ ਕਰਨ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਵਿਗਿਆਨਕ ਢੰਗ ਨਾਲ ਜੇ ਇਸੇ ਤਰ੍ਹਾਂ ਛੋਟਾ ਜਿਹਾ ਅੰਦੋਲਨ ਹੋਇਆ ਸੀ, ਜੇ ਕਾਂਗਰਸ ਦਾ ਜੇ ਸਹੀ ਮੈਨੇ ਸਾਡੀ ਅਗਵਾਈ ਕਰਦੇ, ਇਹਨਾਂ ਨੂੰ ਮੌਕਾ ਮਿਲਿਆ ਸੀ ਡਾਕਟਰ ਮਨਮੋਹਨ ਸਿੰਘ ਨੂੰ। MS ਸਵਾਮੀਨਾਥਨ ਕਮਿਸ਼ਨ ਇਹਨੇ ਬਣਾਇਆ ਸੀ। MS ਸਵਾਮੀਨਾਥਨ ਨੇ ਸਰ ਛੋਟੂ ਰਾਮ ਤੋਂ ਪਿੱਛੇ ਇਮਾਨਦਾਰੀ ਨਾਲ ਗੱਲ ਕੀਤੀ। ਉਹ 2 ਸਾਲ ਸਾਡੇ ਖੇਤਾਂ ਵਿੱਚ ਗਿਆ, ਯੂਨੀਵਰਸਿਟੀ ਦੇ ਮਹਿਰਾਂ ਵਿੱਚ ਗਿਆ, ਔਰ ਉਹ 5 ਜ਼ਿਲ੍ਹਿਆਂ 'ਚ ਰਿਪੋਰਟ ਦਿੰਦਾ ਹੈ ਵੀ ਜੇ ਦੇਸ਼ ਨੂੰ, ਕਿਸਾਨ ਨੂੰ ਬਚਾਉਣਾ ਹੈ, ਬਹੁਤ ਸਾਰਾ ਇਹਨਾਂ ਦਾ ਖੂਨ ਤੁਸੀਂ ਨਿਚੋੜ ਦਿਆ, ਇਹਨੂੰ ਇੰਡੀਪੈਂਡੈਂਟ ਲਾਗੂ ਕਰ ਦਿਓ। ਔਰ ਲਾਗੂ ਕਰਨ ਦੀ ਬਜਾਏ ਡਾਕਟਰ ਮਨਮੋਹਨ ਸਿੰਘ ਨੇ ਦੱਬ ਲਿਆ। ਤਾਂ ਕਿ ਮੇਰਾ ਕੋਈ ਜਾਤੀ ਰੋਲਾ ਨਹੀਂ ਸੀ ਉਹਨਾਂ ਨਾਲ, ਕਿਉਂਕਿ ਉਹਨਾਂ ਆਪ ਕਮਿਸ਼ਨ ਬਣਾਇਆ, ਆਪ ਫਿਰ ਦੱਬਿਆ। ਔਰ ਜਦੋਂ ਅਸੀਂ ਸੁਪਰੀਮ ਕੋਰਟ ਗਏ, ਬਦਨਾਮ ਹੋ ਗਏ, ਤਾਂ BJP ਨੇ ਪੱਤਾ ਖੇਲ ਲਿਆ।
ਲਿਆਓ ਵੀ ਤੁਸੀਂ ਸਾਨੂੰ ਵੋਟਾਂ ਪਾਓ, ਅਸੀਂ ਇਹਦਾ ਇਨ ਬਿਨ ਲਾਗੂ ਕਰਾਂਗੇ। ਸੋ ਪ੍ਰਣਾਲਾ ਉੱਥੇ ਦਾ ਉੱਥੇ ਆ। ਇਹਨਾਂ ਕਿਸਾਨ ਅੰਦੋਲਨਾਂ ਦੇ ਵਿੱਚ ਬੜਾ ਕੁਝ ਨਿਕਲੇਗਾ, ਬਹੁਤ ਕੁਝ ਨਿਕਲੇਗਾ। ਔਰ ਇਸ ਹੁਣ ਦੱਸੋ ਇੱਕ ਹੋਰ ਕਮਾਲ ਦੀ ਗੱਲ ਹੈ ਜੀ ਜੀ ਜੀ, ਜਦੋਂ ਮੈਂ ਆਪਦੀ ਜ਼ਿੰਦਗੀ 'ਚ ਅੰਦੋਲਨ ਕੀਤੇ, ਕੋਈ ਬਿਜਲੀ ਦਾ ਅੰਦੋਲਨ, ਕੋਈ ਭਾਵਾਂ ਦਾ ਅੰਦੋਲਨ, ਕੋਈ ਮੰਡੀ ਦਾ ਅੰਦੋਲਨ, ਕੋਈ ਖਾਦਾਂ ਦੇ ਭਾਅ ਦਾ ਅੰਦੋਲਨ, ਡੀਜ਼ਲ ਦੀਆਂ ਕੀਮਤਾਂ ਦਾ ਅੰਦੋਲਨ, ਬੇਰੁਜ਼ਗਾਰੀ ਦਾ ਅੰਦੋਲਨ, ਉੱਥੇ ਕੋਈ ਨਾ ਕੋਈ ਸਰਕਾਰ, ਕੋਈ ਸੂਬੇ ਦੀ ਜਾਂ ਭਾਰਤ ਦੀ ਮੰਨਦੀ ਸੀ ਨਾ, ਤੇ ਖਜ਼ਾਨੇ ਉੱਤੇ ਬੋਝ ਪੈਂਦਾ ਸੀ। ਉਹ ਯਾਰੋ ਇਸ ਅੰਦੋਲਨ 'ਚ ਇੱਕ ਪੈਸਾ ਨਹੀਂ ਲੱਗਦਾ। ਜਿਹੜਾ ਉਹ ਕਾਗਜ਼ੀ ਪਹਾੜਨਾ ਨਾ ਚਿੱਟੇ ਤੇ ਜਿਹੜਾ ਲਿਖਤਾ ਉਹਨੇ ਸਾਈਨ ਕਰਤੇ, ਤੇ ਰਾਸ਼ਟਰਪਤੀ ਨੇ ਜਾਂ ਪਾਰਲੀਮੈਂਟ ਵਿੱਚ ਜਾਂ ਰਾਜ ਸਭਾ 'ਚ ਪਾਸ ਹੋਇਆ, ਉਹਨੂੰ ਵਾਪਸ ਹੀ ਲੈਣਾ ਹੈ, ਕੋਈ ਪੈਸਾ ਤਾਂ ਨਹੀਂ ਲੱਗਣਾ। ਕਾਰਪੋਰੇਟਰਾਂ ਦਾ ਜਿਹੜਾ ਪੈਸਾ ਲੱਗਿਆ ਹੋਇਆ ਹੈ, ਕਾਰਪੋਰੇਟਰ ਘਰਾਣਿਆਂ ਦਾ ਤਾਂ ਪੈਸਾ ਲੱਗਾ, ਸਾਡੀ ਜੇਬ ਵਿੱਚ ਤਾਂ ਨਹੀਂ ਆਉਣਾ। ਜਿਹੜੇ ਅਸੀਂ ਮਰ ਰਹੇ ਹਾਂ ਸਰਦੀ ਵਿੱਚ, ਸਾਡੀ ਜੇਬ ਵਿੱਚ ਕੁਝ ਪੈਣਾ? ਉਹ ਹੀ ਸਿਸਟਮ ਜਿਹੜਾ ਗਲਿਆ ਸੜਿਆ, ਉਹਨੂੰ ਹੀ ਅਸੀਂ ਕਹਿੰਦੇ ਰੱਬ ਦਾ ਵਾਸਤਾ ਇਹਨੂੰ ਬਚਾ ਲਓ, ਇਹਨੂੰ ਨਾ ਖਤਮ ਕਰੋ, ਨਹੀਂ ਤੇ ਅਸੀਂ ਮਾਰੇ ਜਾਵਾਂਗੇ। ਕੋਈ ਸਾਡੀ ਪੈਸਾ ਵਧਣਾ, ਸਾਡੀ ਕੀਮਤ ਸਿਰਫ ਉਹ ਮੰਡੀਕਰਨ ਹੀ ਬਚਾਉਣਾ ਹੈ ਨਾ। ਕਾਰਪੋਰੇਟ ਘਰਾਣਿਆਂ ਤੋਂ ਹੀ ਤਾਂ ਅਸੀਂ ਬਚਣਾ ਹੈ ਨਾ, ਬਾਗੜ ਬਿੱਲਿਆਂ ਤੋਂ। ਹੋਰ ਸਾਡੇ ਪੱਲੇ ਕੀ ਪੈਣਾ? ਇਹਦੇ ਖਜ਼ਾਨੇ ਤੇ ਕੀ ਅਸਰ ਹੈ ਬਾਈ? ਸਵਾਲ ਹੈ ਮੇਰਾ। ਦੱਸੇ ਤੇ ਤੁਸੀਂ, ਮੈਂ ਤੁਹਾਡੇ ਤੋਂ ਜਾਣਾ, ਤੁਸੀਂ 81 ਸਾਲ ਉਮਰ ਹੋ ਗਈ ਹੈ, ਪਰ ਜਿਹੜੀ ਸੋਚ ਤੁਹਾਡੀ ਹਾਲੇ ਵੀ ਪੂਰੀ ਯਾਦਾਸ਼ਤ ਚੰਗੀ ਪਈ ਹੈ। ਤੇ ਜ਼ਿੰਦਗੀ ਦੇ ਵਿੱਚ ਇਨਸਾਨ ਜਦੋਂ ਵੱਡਾ ਹੁੰਦਾ ਤੇ ਬਹੁਤ ਸਾਰੀਆਂ ਜ਼ਿੰਦਗੀ ਦੀ ਯਾਦਾਂ ਹੁੰਦੀਆਂ ਨੇ, ਉਸ ਸਮੇਂ ਦੇ ਨਾਲ ਧੁੰਦਲੀਆਂ ਪੈ ਜਾਂਦੀਆਂ ਨੇ। ਤੁਹਾਡੀ ਕੋਈ ਅਜੀਬ ਬਚਪਨ ਦੀ ਜਾਂ ਕੋਈ ਹੋਰ ਜ਼ਿੰਦਗੀ ਦੀ ਅਜੀਬ ਯਾਦ ਜਿਹੜੀ ਤੁਸੀਂ ਸਾਰੀ ਜ਼ਿੰਦਗੀ ਰਹਿੰਦੀ ਆਪਣੀ ਜ਼ਿੰਦਗੀ ਤੱਕ ਨਹੀਂ ਭੁੱਲ ਸਕਦੇ, ਅਜੇ ਕੋਈ ਘਟਨਾ ਤੁਹਾਨੂੰ ਹਰ ਵੇਲੇ ਚੇਤੇ ਆਉਂਦੀ ਹੈ? ਨਹੀਂ, ਇਹ ਮੇਰੀ ਤਾਂ ਹੁਣ ਜ਼ਿੰਦਗੀ 'ਚ ਇਹ ਮੇਰੀ ਜ਼ਿੰਦਗੀ ਦਾ ਆਖਰੀ ਪੜਾਅ ਹੈ। ਇਹ ਮੈਂ ਜਿੱਤ ਲੈਣਾ। ਬਾਪੂ ਦੀ ਕੁੱਟ ਖਾਧੀ ਹੋਵੇ, ਮਾਤਾ ਦੀ ਕੋਈ ਗੱਲ ਐਸੀ ਜਿਹੜੀ ਸਾਰੀ ਜ਼ਿੰਦਗੀ ਤੁਹਾਨੂੰ ਭੁੱਲ ਹੀ ਨਹੀਂ ਸਕਦੀ? ਬਾਪੂ ਦੀ ਕੁੱਟ ਤਾਂ ਇਹ ਖਾਧੀ ਵੀ 47 ਵਿੱਚ ਮੇਰਾ ਜਨਮ ਉਧਰ ਹੋਇਆ, ਪਾਕਿਸਤਾਨ ਵਿੱਚ। ਪਾਕਿਸਤਾਨ ਕਿਹੜੇ ਪਿੰਡ? ਮੈਂ ਲਾਹੌਰ ਵਿੱਚ। ਉਧਰ ਮੈਂ 6.5 ਸਾਲ ਦਾ ਸੀ। ਅੱਛਾ ਜੀ। ਇੱਧਰ ਸਾਡੇ ਪਿਤਾ ਨੂੰ ਜ਼ਮੀਨ ਨਹੀਂ ਮਿਲੀ, ਘਰ ਨਹੀਂ ਮਿਲਿਆ। ਉਹ ਹੁਣ ਮੇਰੇ ਪਿਤਾ ਦਾ ਤਾਂ ਕਸੂਰ ਕੋਈ ਨਹੀਂ, ਉਹਦੇ ਕੋਲ ਰੋਟੀ ਆਈ ਨਹੀਂ ਸੀ ਸਾਨੂੰ ਬੱਚਿਆਂ ਨੂੰ ਖਵਾਉਣ ਜੋਗਾ, ਤਾਂ ਸਕੂਲ ਮੈਨੂੰ ਨਹੀਂ ਭੇਜਿਆ ਉਹਨੇ। ਮੈਂ ਸਕੂਲ ਦਾ ਦਰੀਜਾ ਨਹੀਂ ਟੱਪਿਆ, ਮੇਰਾ ਨਾਂ ਦਾਖਲ ਨਹੀਂ ਮੇਰਾ ਪਿਤਾ ਕਰਾ ਸਕਿਆ, ਰੋਟੀ ਦੀ ਸੰਸਾ ਸੀ, ਤੇ ਮੈਨੂੰ ਉਹਦੇ ਤੇ ਕੋਈ ਗਿਲਾ ਨਹੀਂ। ਮੈਂ ਅਨਪੜ੍ਹ ਆ। ਲੋਕ ਮੈਨੂੰ ਕਹਿੰਦੇ ਤੂੰ ਇਹ ਕਿਉਂ ਕਹਿਣਾ, ਹਾਲਾਂਕਿ ਹਾਈ ਕੋਰਟ ਤੱਕ ਮੈਂ ਕੇਸ ਆਪਦਾ ਆਪ ਲੜਨਾ। ਬੁੱਧੀ ਤੇ ਹੈ ਪਰ ਮੌਕਾ ਨਹੀਂ ਮਿਲਿਆ। ਮੇਰੀਆਂ ਯਾਦਾਂ ਤਾਂ ਹੈ ਨੇ, ਯੂਨੀਵਰਸਿਟੀਆਂ ਦੇ ਮਹਿਰਾਂ ਦੇ ਵਿੱਚ ਸੈਮੀਨਾਰ ਹੁੰਦੇ ਨੇ, ਮੈਨੂੰ ਯੂਨੀਵਰਸਿਟੀਆਂ 3-3 ਮਹਿਰ ਸਾਦੇ ਨੇ, ਤੇ ਮੈਂ ਉਹਨੂੰ ਕਹਿਣਾ ਵੀ ਯਾਰ ਮੈਨੂੰ ਮੌਕਾ ਨਹੀਂ ਮਿਲਿਆ, ਨਹੀਂ ਤੇ ਬੁੱਧੀ ਤੇ ਮੇਰੇ ਚਾਹੇ ਸੀ, ਮੈਂ ਵੀ BC ਲੱਗ ਸਕਦਾ ਸੀ, ਮੈਂ ਵੀ ਹਾਈ ਕੋਰਟ ਦਾ ਜੱਜ ਬਣ ਸਕਦਾ ਸੀ, ਪਰ ਮੈਨੂੰ ਮੌਕਾ ਨਹੀਂ ਮਿਲਿਆ। ਤੁਹਾਡੇ ਪਿਤਾ ਜੀ ਦੇ ਯਾਦਾਂ ਤੇ ਪੁਰਾਣੀਆਂ ਹੈ ਨੇ। ਪਿਤਾ ਜੀ ਤੇ ਮਾਤਾ ਜੀ ਦਾ ਕੀ ਨਾਮ ਵੈਸੇ ਤਾਂ ਮੈਂ ਜ਼ਿੰਦਗੀ ਨੂੰ ਧੱਕਾ ਹੀ ਦੇ ਰਿਹਾ, ਇੱਕ ਅਨਪੜ੍ਹ ਬੰਦਾ ਧੱਕਾ ਦੇਣ ਵਾਲੀ ਗੱਲ ਮੈਨੂੰ ਪਤਾ। ਮੈਨੂੰ ਤੁਹਾਡੇ ਜਿਹੜੀ ਗੱਲਾਂ ਆ ਗਈਆਂ ਨੇ, ਕਿਉਂਕਿ ਇਹ ਜਿਹੜੀਆਂ ਗੱਲਾਂ ਆ ਗਈਆਂ ਨੇ, ਇਹ ਜਿਹੜੀ ਆਪਾਂ ਕਿਤਾਬੀ ਪੜ੍ਹਾਈ ਕਰਦੇ ਆ ਉਹ ਕੋਈ ਮਾਇਨੇ ਨਹੀਂ ਰੱਖਦੀ। ਜਿਹੜੀ ਜ਼ਿੰਦਗੀ ਦਾ ਤੁਸੀਂ ਤਜਰਬਾ ਹੈਗਾ ਉਹ ਬੜੀ ਵਧੀਆ ਗੱਲ ਹੈ। ਅੱਜ ਜਿਹੜੇ ਕਿਸਾਨ ਆਗੂ ਨੇ, ਇਹ ਨਹੀਂ ਕਿ ਸਾਰੇ ਪੜ੍ਹੇ ਲਿਖੇ ਨੇ, ਪਰ ਜਿਹੜੇ ਨਹੀਂ ਉਹ ਵੀ ਮੈਂ ਕਹਿੰਦਾ ਉਸਤਾਦਾਂ ਦੇ ਉਸਤਾਦ ਹੈਗੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਜਿਵੇਂ ਤੁਸੀਂ ਦੱਸ ਰਹੇ ਹੋ, ਤੁਹਾਨੂੰ ਅੱਜ ਵੀ ਮੁੜ ਯਾਦ ਸਤਾਉਂਦੀ ਹੈ ਪਾਕਿਸਤਾਨ ਦੀਆਂ ਗਲੀਆਂ ਦੀ, ਦਿਲ ਕਰਦਾ ਹੈ ਗੇੜਾ ਲਾਉਣ ਨੂੰ ਉਧਰ ਨੂੰ ਅੱਜ? ਨਹੀਂ, ਮੈਂ ਵੈਸੇ ਤਾਂ ਗੁਰੂ ਨਾਨਕ ਜੀ ਦਾ ਜਨਮ ਉੱਥੇ ਹੋਇਆ ਨਨਕਾਣਾ ਸਾਹਿਬ, ਸਾਡੇ ਪਾਕਿਸਤਾਨ ਪਿੰਡ ਤੋਂ 18 ਕੋਹ ਸੀ, 25 ਕਿਲੋਮੀਟਰ ਲਾ ਲਓ, ਤੇ ਉਹ ਯਾਦ ਤਾਂ ਆਉਂਦਾ ਹੈ। ਉਹ ਗਲੀਆਂ ਵੀ ਯਾਦ ਆਉਂਦੀਆਂ ਨੇ। ਬਚਪਨ ਤਾਂ ਭਾਵੇਂ ਕਿਸੇ ਦਾ ਜਨਮ ਕਿਤੇ ਹੋਇਆ ਹੋਵੇ, ਝੁੱਗੀ 'ਚ ਹੋਵੇ, ਮਹਿਲਾਂ ਵਿੱਚ ਹੋਵੇ, ਉਹਨੂੰ ਤਾਂ ਯਾਦ ਆਉਂਦੀ, ਉਹ ਭੁੱਲ ਨਹੀਂ ਸਕਦੀ। ਪਰ ਹੋ ਸਕਦਾ ਉਸ ਮੈਂ ਧਰਤੀ ਤੇ ਨਾ ਦਰਸ਼ਨ ਕਰ ਸਕਾਂ, ਕਿਉਂਕਿ ਮੈਂ ਸੰਘਰਸ਼ੀਲ ਹਾਂ। ਮੈਂ ਆਪਣੀ ਜ਼ਿੰਦਗੀ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੈਂ ਇੱਥੇ ਲੜਾਈ ਲੜ ਰਿਹਾ ਜਿੰਨੇ ਜੋਗਾ। ਮੈਂ ਵਿਹਲਾ ਤਾਂ ਰਹਿੰਦਾ ਨਹੀਂ, ਘਰੋਂ ਮੈਂ ਠੀਕ ਆ, ਮੇਰਾ ਪਰਿਵਾਰ ਛੋਟਾ ਕਿਸਾਨ ਆ, ਇੱਕ ਮੇਰਾ ਲੜਕਾ, ਇੱਕ ਅੱਗੋਂ ਪੋਤਾ ਹੈ, ਘਰ ਰੋਟੀ ਹੈਗੀ, ਦਾਲ ਫੁਲਕਾ ਵਧੀਆ ਹੈ, ਸੰਤੁਸ਼ਟੀ ਹੈ ਨਹੀਂ। ਪਰ ਸਤਨਾਮ ਸਿੰਘ ਜੀ, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਕਦੇ ਸਕੂਲ ਨਹੀਂ ਗਏ, ਪਰ ਇਸ ਦੇ ਬਾਵਜੂਦ ਤੁਹਾਡਾ ਜਿਹੜਾ ਵੱਡਮੁੱਲਾ ਤੁਹਾਡੇ ਕੋਲ ਗਿਆਨ ਹੈਗਾ, ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਕਿਹਨਾਂ ਦੇ ਕੁੱਖੋਂ ਜਨਮ ਲਿਆ? ਮਾਤਾ ਜੀ ਤੇ ਪਿਤਾ ਜੀ ਦਾ ਤੁਹਾਡਾ ਕੀ ਨਾਮ? ਮੇਰਾ ਮਾਤਾ ਦਾ ਨਾਂ ਦਿਆਲ ਕੌਰ ਸੀ, ਤੇ ਮੇਰੇ ਹਾਲੀ 5 ਮਹੀਨੇ ਦਾ ਸੀ ਉਹ ਸੁਰਗਵਾਸ ਹੋ ਗਈ। ਮੇਰੀ ਤਾਈ ਨੇ ਮੈਨੂੰ ਪਾਲਿਆ। ਮੇਰੀ ਜ਼ਿੰਦਗੀ ਇੱਕ ਨਵੇਕਲੇ ਕਿਸਮ ਦੀ। ਮੇਰੇ ਪਿਤਾ ਸਰਦਾਰ ਫੌਜਾ ਸਿੰਘ ਸੀ, ਨੰਬਰਦਾਰ ਸੀ। ਇੱਧਰ ਅਸੀਂ ਛੋਟੇ ਕਿਸਾਨ ਸੀ, ਸਾਡੀਆਂ ਜ਼ਮੀਨਾਂ ਦੀਆਂ ਬਹੁਤ ਕੱਟਾਂ ਲੱਗੀਆਂ ਸਾਨੂੰ। ਜਿੱਦੀ 100 ਏਕੜ ਜ਼ਮੀਨ ਸੀ, ਉਹਨੂੰ ਸਿਰਫ 30-35 ਏਕੜ ਮਿਲੀ, ਤੇ ਫਿਰ ਅੱਗੋਂ ਅਸੀਂ 3 ਭਰਾ ਸੀ, ਜ਼ਮੀਨ ਵੰਡੀ ਗਈ। ਅਸੀਂ ਸੰਤੁਸ਼ਟ ਹਾਂ ਸਾਰਾ ਪਰਿਵਾਰ। ਸੋ ਸਾਡੇ ਪਿਤਾ ਤਾਂ ਮੇਰੇ ਨਹੀਂ ਕਸੂਰ ਸਮਝਦਾ, ਜਦੋਂ ਰੋਟੀ ਨਹੀਂ ਸੀ, ਘਰ ਨਹੀਂ ਸੀ, ਤਾਂ ਮੈਨੂੰ ਸਕੂਲ ਨਹੀਂ ਪਾ ਸਕਦਾ। ਮੈਂ ਉਹਨੂੰ ਦੋਸ਼ ਨਹੀਂ ਦਿੰਦਾ। ਮੇਰੇ ਪਿਤਾ ਨੇ ਮੇਰੀ ਪਾਲਣ ਪੋਸ਼ਣ ਅੱਛੇ ਢੰਗ ਨਾਲ ਕੀਤੀ ਹੈ, ਅੱਛੇ ਰਿਸ਼ਤੇਦਾਰਾਂ 'ਚ ਮੇਰੀ ਸ਼ਾਦੀ ਹੋਈ ਹੈ, ਮੇਰੀ ਘਰ ਵਾਲੀ ਬੜੀ ਆਗਿਆਕਾਰ ਹੈ, ਮੇਰਾ ਪਰਿਵਾਰ ਆਗਿਆਕਾਰ ਹੈ,
ਔਰ ਜੇ ਮੈਂ ਕਿਤੇ ਨਾ ਕਿਤੇ ਜਾਣੇ ਅਣਜਾਣੇ ਰਹਿ ਜਾ ਤੇ ਮੈਨੂੰ ਕਹਿੰਦੇ ਨੇ ਅੱਜ ਜਾਣਾ ਨਹੀਂ ਕਿਤੇ, ਇਦੋਂ ਵੱਡੀ ਹੋਰ ਸੋਚੀ ਕੀ। ਗੁਰ ਮੰਤਰ ਦੀ ਗੱਲ ਕਰੀਏ ਆਪਾਂ, ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ, ਜਿਹਦਾ ਤੁਸੀਂ ਮਾਤਾ ਜੀ ਦਾ ਜ਼ਿਕਰ ਕੀਤਾ, ਪਿਤਾ ਜੀ ਦਾ ਕੀਤਾ, ਦਾਦਾ ਜੀ ਦਾਦੀ ਨਾਨਾ ਨਾਨੀ, ਕੋਈ ਨਾ ਕੋਈ ਬੱਚਿਆਂ ਨੂੰ ਜ਼ਿੰਦਗੀ ਵਿੱਚ ਗੁਰ ਮੰਤਰ ਜ਼ਰੂਰ ਦੇ ਕੇ ਜਾਂਦੇ ਸੀ ਕਿ ਪੁੱਤਰ ਆਹ ਗੁਰ ਮੰਤਰ ਹੈਗਾ, ਇਸ ਦੇ ਸਹਾਰੇ ਤੁਸੀਂ ਜ਼ਿੰਦਗੀ ਜਿਹੜੀ ਕੱਟਣੀ ਹੈ। ਸੋ ਤੁਹਾਨੂੰ ਬਜ਼ੁਰਗਾਂ ਨੇ ਕੀ ਗੁਰ ਮੰਤਰ ਦਿੱਤਾ ਜੀ? ਮੈਨੂੰ ਬਜ਼ੁਰਗਾਂ ਨੂੰ ਇਹ ਦਿੱਤਾ ਵੀ ਆਪਣੇ ਭਾਈਚਾਰੇ 'ਚ ਆਪਣੇ ਭਰਾਵਾਂ ਨਾਲ ਬਣਾ ਕੇ ਰੱਖੋ, ਪਿੰਡ ਦੇ ਲੋਕਾਂ ਨਾਲ ਬਣਾ ਕੇ ਰੱਖੋ, ਕੋਸ਼ਿਸ਼ ਕਰੋ ਜੇ ਟਾਈਮ ਲੱਗੇ ਤਾਂ ਇਲਾਕੇ 'ਚ ਬਣਾ ਕੇ ਰੱਖੋ, ਰਿਸ਼ਤੇਦਾਰਾਂ ਵਿੱਚ ਬਣਾ ਕੇ ਰੱਖੋ। ਔਰ ਸਭ ਤੋਂ ਵੱਡਾ ਉਹਨਾਂ ਗੁਣ ਦਿੱਤਾ ਮੈਨੂੰ ਵੀ ਜਿਹੜੇ ਅੱਗੇ ਬੱਚੇ ਤੁਸੀਂ ਵਿਆਹਣੇ ਨੇ ਉਪਰੀ ਥਾਂ 'ਤੇ ਨਾ ਵਿਆਹੋ, ਪੁਰਾਣੀਆਂ ਰਿਸ਼ਤੇਦਾਰੀਆਂ ਵਿੱਚ ਵਿਆਹੋ, ਤਾਂ ਕਿ ਉਹ ਜਿਹੜਾ ਪੁਰਾਣਾ ਸੱਭਿਆਚਾਰ, ਕੋਈ ਐਸਾ ਪਰਿਵਾਰ ਦਾ ਬੱਚਾ ਨਾ ਆ ਜੇ ਘਰ ਜਿਹੜਾ ਜਿਨ੍ਹਾਂ ਦਾ ਰਹਿਣ ਸਹਿਣ ਅੱਛਾ ਨਾ ਹੋਵੇ। ਤੁਸੀਂ ਪੁਰਾਣੀਆਂ ਰਿਸ਼ਤੇਦਾਰੀਆਂ, ਪੁਰਾਣੀਆਂ ਜੜ੍ਹਾਂ ਨੂੰ ਸੰਭਾਲ ਕੇ ਰੱਖੋ। ਕਿਆ ਬਾਤ ਹੈ, ਬੜਾ ਵੱਡਾ ਗੁਰ ਮੰਤਰ ਦੇ ਕੇ ਕਿ ਪੁਰਾਣੀਆਂ ਜੜ੍ਹਾਂ ਨੂੰ ਤੁਸੀਂ ਸੰਭਾਲ ਕੇ ਰੱਖੋ ਤੇ ਉਸ ਦੇ ਨਾਲ ਦੁਨੀਆ ਹੀ ਚੱਲਦੀ ਹੈ। ਵਾਕਈ ਸਹੀ ਗੱਲ ਹੈਗੀ ਹੈ। ਸੋ ਮੈਂ ਅਖੀਰ ਦੇ ਵਿੱਚ ਤੁਹਾਡੇ ਤੋਂ ਜਾਣਨਾ ਚਾਹੁੰਦਾ, ਕੋਈ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਵੀ ਹੈਗੀ ਹੈ, ਇਸ ਅੰਦੋਲਨ ਨੂੰ ਦੇਖ ਵੀ ਰਹੀ ਹੈਗੀ ਹੈ, ਕੀ ਸੁਨੇਹਾ ਦੇਣਾ ਚਾਹੋਗੇ? ਨੌਜਵਾਨ ਪੀੜ੍ਹੀ ਦੇ ਉੱਤੇ ਤੇ ਸਵਾਲ ਤਾਂ ਉੱਠਦੇ ਸੀ, ਦੁਨੀਆ ਦੇ ਲੋਕ ਠਾਂਦੇ ਸੀ, ਖਾਸ ਤੌਰ ਤੇ ਪੰਜਾਬ ਦੇ ਕਿਸਾਨਾਂ ਤੇ, ਬੱਚਿਆਂ ਤੇ, ਨੌਜਵਾਨਾਂ ਤੇ, ਵੀ ਇਹ ਨਸ਼ਈ ਹੋ ਗਏ। ਨਸ਼ਈ ਤਾਂ ਰਾਜਸੀ ਪਾਰਟੀਆਂ ਨੇ ਕਰਨ ਦੀ ਕੋਈ ਕਸਰ ਨਹੀਂ ਛੱਡੀ, ਪਰ ਉਹ ਸਾਰੇ ਧੋਣੇ ਇਸ ਕਿਸਾਨ ਅੰਦੋਲਨ ਨੇ ਧੋਤੇ। ਸਾਡਿਆਂ ਬੱਚਿਆਂ ਨੇ ਇਹ ਲੜਾਈ ਦਾ ਮੁੱਢ ਬੱਧਾ ਹੈ ਔਰ ਇਹ ਜਿੱਤ ਦਾ ਸਿਹਰਾ 50% ਤੋਂ ਨਹੀਂ, ਮੈਂ 80% ਦੇਣਾ। ਅਸੀਂ 20% ਬਜ਼ੁਰਗਾਂ ਅਸੀਂ ਸੰਭਾਲ ਕੇ ਅੰਦੋਲਨ ਚਲਾਇਆ, ਸ਼ਾਂਤਮਈ ਰੱਖਿਆ ਔਰ ਬੱਚਿਆਂ ਨੇ ਸਾਡਾ ਸਾਥ ਦਿੱਤਾ। ਬੱਚੇ ਸਮਝ ਗਏ ਵੀ ਜੇ ਅਸੀਂ ਇੱਥੇ ਰਤਾ ਵੀ ਗਲਤੀ ਕਰ ਗਏ ਤਾਂ ਸਾਡਾ ਭਵਿੱਖ ਖਤਰੇ ਵਿੱਚ ਹੈ। ਬੱਚਿਆਂ ਦਾ ਇਸ ਅੰਦੋਲਨ ਦੇ ਵਿੱਚ ਨੌਜਵਾਨ ਪੀੜ੍ਹੀ ਦਾ 15 ਸਾਲ ਤੋਂ ਲੈ ਕੇ 25 ਸਾਲ ਦੇ ਜਿਹੜੇ ਉਮਰ ਦੇ ਬੱਚੇ ਨੇ ਉਹ ਬਹੁਤ ਸਮਝਦਾਰ ਨਿਕਲੇ। ਸਤਨਾਮ ਸਿੰਘ ਜੀ, ਬਹੁਤ ਸਾਰੇ ਐਨਆਰਆਈ ਵਿਦੇਸ਼ਾਂ 'ਚ ਬੈਠੇ ਨੇ, ਪੰਜਾਬ ਤੋਂ ਗਏ ਨੇ, ਦੇਸ਼ ਤੋਂ ਸਾਡੇ ਤੋਂ ਗਏ ਨੇ, ਅੱਜ ਵੀ ਜੁੜੇ ਹੋਏ ਨੇ ਆਪਣੀ ਜੜ੍ਹਾਂ ਦੇ ਨਾਲ, ਤੇ ਉਹ ਹਮੇਸ਼ਾ ਹੀ ਤੁਹਾਨੂੰ ਬਹੁਤ ਪਿਆਰ ਕਰਦੇ ਨੇ, ਕਿਸਾਨ ਆਗੂਆਂ ਨੂੰ ਬੜੀਆਂ ਉਮੀਦਾਂ ਨੇ ਉਹਨਾਂ ਨੂੰ ਵੀ ਤੁਹਾਡੇ ਇੱਕ ਸੁਨੇਹੇ ਦੇ ਉੱਤੇ ਉਹ ਵਿਦੇਸ਼ਾਂ ਦੇ ਵਿੱਚ ਵੀ ਚੱਕੇ ਜਾਮ ਕਰ ਦਿੰਦੇ ਨੇ, ਉੱਥੇ ਦੀ ਪਾਰਲੀਮੈਂਟ ਦੇ ਬਾਹਰ ਵੀ ਉੱਥੇ ਘਿਰਾਓ ਕਰਦੇ ਨੇ ਤੇ ਬਕਾਇਦਾ ਮੰਗ ਪੱਤਰ ਵੀ ਸੌਂਪਦੇ ਨੇ। ਜੇ ਕੋਈ ਵੀਰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੇ, ਭੈਣ ਗੱਲਬਾਤ ਕਰਨਾ ਚਾਹੇ, ਤਾਂ ਕਿਸ ਨੰਬਰ ਦੇ ਉੱਤੇ ਉਹ ਤੁਹਾਨੂੰ ਸੰਪਰਕ ਕਰ ਸਕਦੇ ਨੇ? ਤੁਸੀਂ ਨੰਬਰ ਦੇ ਸਕਦੇ ਹੋ ਆਪਣਾ ਜੀ? ਨਹੀਂ, ਮੈਂ ਤਾਂ ਬਾਹਲਾ ਉਹਨਾਂ ਨੂੰ ਸੁਨੇਹਾ ਵਾਰ-ਵਾਰ ਇਹ ਦਿੰਦਾ ਰਿਹਾ ਵਾਂ ਵੀ ਤੁਸੀਂ ਰੱਜਿਆਂ ਨੂੰ ਨਾ ਰਜਾਓ। ਤੁਸੀਂ ਜ਼ਮੀਨਾਂ ਵੇਚ ਕੇ ਗਏ, ਉੱਥੋਂ ਕਮਾਈ ਕਰ ਰਹੇ ਹੋ, ਆਪਣਾ ਖਾਨਦਾਨ ਬਾਰੇ ਸੋਚੋ ਔਰ ਆਪਣੇ ਸਕੂਲ ਬਾਰੇ, ਪਿੰਡ ਦੇ ਬਾਰੇ ਇਸ ਤਰ੍ਹਾਂ ਸੋਚੋ। ਜਿਹੜੇ ਰਾਜਸੀ ਪਾਰਟੀਆਂ ਨੂੰ ਤੁਸੀਂ ਸੱਦ ਲੈਂਦੇ ਹੋ ਤੇ ਉੱਥੇ ਫਿਰ ਉਹਨਾਂ ਨੂੰ ਲੱਦ ਦਿੰਦੇ ਹੋ ਰੱਜੇ, ਅੱਗੇ ਹੀ ਉਹਨਾਂ ਤੇ ਸਾਡਾ ਖੂਨ ਨਿਚੋੜਿਆ ਹੋਇਆ ਹੈ ਤੇ ਉਹ ਪੀੜ੍ਹਾਂ ਦਾ ਕਾਫੀ ਅਸਰ ਹੁੰਦਾ ਹੈ। ਕਈ ਐਨਆਰਆਈ ਪਿੰਡਾਂ ਦੇ ਵਿੱਚ ਆਉਂਦੇ ਨੇ, ਖੇਡਾਂ ਵੀ ਕਰਾਉਂਦੇ ਨੇ, ਸਕੂਲ ਦੇ ਵਿੱਚ ਕੋਈ ਇੱਕ ਅੱਧਾ ਕਮਰਾ ਬਣਾ ਕੇ ਆਪਦੀ ਯਾਦਗਾਰ ਬਣਾਉਂਦੇ ਨੇ ਤੇ ਐਨਆਰਆਈ ਨੇ ਆਪਣੇ ਵੇਤਨ ਅਨੁਸਾਰ ਕਿਸੇ ਲੰਗਰ ਦੀ ਸੇਵਾ ਜਾਂ ਗਰਮ ਕੱਪੜੇ ਦੀ ਸੇਵਾ ਕੀਤੀ। ਤੇ ਮੈਂ ਤਾਂ ਦੇਸ਼ ਵਿਦੇਸ਼ 'ਚ ਬੈਠੇ, ਅੱਜ ਤਾਂ ਦਿਨ ਹੀ ਬੜਾ ਕਰਮਾਂ ਵਾਲਾ। ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੱਜ ਅਵਤਾਰ ਗੁਰਪੁਰਬ ਹੈ, ਪਟਨੇ ਵਿੱਚ ਅਵਤਾਰ ਦਿਆ ਸੀ ਤੇ ਗੁਰੂ ਗੋਬਿੰਦ ਸਿੰਘ ਦਾ ਸਾਰਾ ਜੀਵਨ ਹੀ ਰੌਂਗਟੇ ਖੜੇ ਕਰਨ ਵਾਲਾ, ਜਿਨ੍ਹਾਂ ਨੇ ਆਪਣੇ ਪਿਤਾ ਨੂੰ ਹਿੰਦ ਦੀ ਚਾਦਰ ਵਾਸਤੇ, ਦੇਸ਼ ਦੀ ਅਣਖ ਵਾਸਤੇ, ਦੇਸ਼ ਦਾ ਸੱਭਿਆਚਾਰ ਬਚਾਉਣ ਵਾਸਤੇ ਕਸ਼ਮੀਰੀ ਪੰਡਤਾਂ ਦੀ ਇੱਕ ਆਵਾਜ਼ ਬਣ ਕੇ ਆਪਣੇ ਪਿਤਾ ਨੂੰ ਟੋਰਤਾ। ਤੇ ਉਹ ਜਿਹੜੇ ਹੁਣ ਮੋਦੀ ਸਾਹਿਬ ਨੂੰ ਤੇ ਸਾਡੇ ਵੱਡਿਆਂ ਦੇ ਜਿਹੜੇ ਕੀਤੇ ਪਰਉਪਕਾਰ ਹੀ ਨਹੀਂ ਭੁੱਲਣੇ ਚਾਹੀਦੇ। ਕਦੇ ਕਦੇ ਪੱਗ ਦੀ ਤੋਲਣ ਹੈ ਜੀ, ਪੱਗ ਦਾ ਤੋਲਣ ਥੋੜ੍ਹਾ ਰੋਟੀ ਦਾ ਤੋਲਣ ਹੈ, ਜ਼ਮੀਨ ਬਚਾਉਣ ਦਾ ਤੋਲਣ ਹੈ। ਸੋ ਇਹਨਾਂ ਨੇ ਬੜੇ ਹੱਥ ਕੰਡੇ ਵਰਤੇ। ਹੁਣ ਮੇਰਾ ਖਿਆਲ ਇਹਨਾਂ ਦਾ ਦਿਮਾਗ ਟਿਕਾਣੇ ਆ ਗਿਆ। ਇੱਕ ਸਵਾਲ ਇੰਪੋਰਟੈਂਟ ਰਹਿ ਗਿਆ, ਉਹ ਵੀ ਤੁਹਾਨੂੰ ਪੁੱਛ ਲੈਣਾ। ਜੇ ਰੱਖਿਆ ਮੰਤਰੀ ਹੈਗੇ ਨੇ ਸਾਡੇ ਦੇਸ਼ ਦੇ, ਰਾਜਨਾਥ ਸਿੰਘ, ਉਹਨਾਂ ਦਾ ਬਿਆਨ ਸਾਹਮਣੇ ਆਉਂਦਾ ਹੈ ਕਿ ਜਿਹੜੇ ਸਿੱਖ ਹੈਗੇ ਨੇ ਸਾਡੇ ਵੱਡੇ ਭਰਾ ਹੈਗੇ ਨੇ, ਜੇ ਕੋਈ ਇਹਨਾਂ ਨੂੰ ਖਾਲਿਸਤਾਨੀ ਕਹੂਗਾ ਜਾਂ ਅੱਤਵਾਦੀ ਕਹੂਗਾ ਤਾਂ ਮੈਂ ਬਿਲਕੁਲ ਇਹ ਗੱਲ ਬਰਦਾਸ਼ਤ ਨਹੀਂ ਕਰਾਂਗਾ। ਰਾਜਨਾਥ ਸਿੰਘ ਦੇ ਮੂੰਹੋਂ ਇਹ ਬੋਲ ਨਿਕਲੇ ਨੇ, ਕਿਸ ਨਜ਼ਰੀਏ ਨਾਲ ਦੇਖਦੇ ਹੋ ਤੁਸੀਂ ਇੱਕ ਬੀਜੇਪੀ ਦੇ ਲੀਡਰ ਦੇ ਮੂੰਹੋਂ ਇਹ ਬੋਲ ਨਿਕਲਣੇ? ਇਹ ਨਾ ਤੁਹਾਨੂੰ ਮੇਰੇ ਤੋਂ ਵੀ ਜ਼ਿਆਦਾ ਪਤਾ ਹੈ, ਅੰਦਰ ਬਹੁਤ ਖਿਚੜੀ ਰਿੱਝ ਰਹੀ। ਇੱਥੇ ਇੱਕ ਧੜਾ ਤਾਂ ਸਾਡੇ ਪੱਖੀ ਹੈ, ਉਹ ਕਹਿੰਦਾ ਨਾ ਤੁਸੀਂ ਬੁਰਾ ਬੀਜ ਰਹੇ ਹੋ। 80% ਪਿੰਡਾਂ ਦੇ ਲੋਕ ਪਿੰਡਾਂ 'ਚ ਕਿਵੇਂ ਜਾਵਾਂਗੇ? ਉਹਦੀ ਸੋਚ ਰਾਜਨਾਥ ਦੀ ਵੀ ਹੋ ਸਕਦੀ, ਔਰ ਰਾਜਨਾਥ ਇੱਕ ਕਦਮ ਅੱਗੇ ਇੱਕ ਪਿੱਛੇ ਜਾਣਾ ਚਾਹੁੰਦਾ ਹੈ। ਇੱਕ ਤਾਂ ਕਦਮ ਸਾਡੇ ਵਾਲੇ ਪਾਸੇ, ਇੱਕ ਫਿਰ ਪਿੱਛੇ ਕੱਢਦਾ ਵੀ ਕਿਤੇ ਬੀਜੇਪੀ। ਅੰਦਰ ਇਹਨਾਂ ਦੇ ਦੋ ਧੜੇ ਗੜਕਰੀ ਰਾਜਨਾਥ, ਅਤੇ ਇਹ ਥੋੜ੍ਹਾ ਜਿਹਾ ਜਿਹੜਾ ਇਹ ਕਹਿੰਦਾ ਹੁਣ ਮੇਰਾ ਕੀ ਬਣੂਗਾ, ਮੇਰੀ ਧੌਣ ਨੀਵੀਂ ਹੋਊਗੀ, ਕਿਉਂਕਿ ਇਹਨੇ ਫੈਸਲੇ ਬੜੇ ਵੱਡੇ ਵੱਡੇ ਦੇਸ਼ ਦੇ ਉੱਤੇ ਠੋਕੇ, ਦੇਸ਼ ਮਾਰੂ ਠੋਕੇ। ਪਰ ਹੁਣ ਘਬਰਾਹਟ ਬਹੁਤ ਜ਼ਿਆਦਾ ਹੈ। ਇਹ ਜਿਹੜੀ ਅੰਦਰ ਦੀ ਫੁੱਟ ਵੀ, ਇਹਦਾ ਵੀ ਸਾਨੂੰ ਫਾਇਦਾ ਪਹੁੰਚਿਆ। ਜੇ ਰਾਜਨਾਥ ਇੱਕ ਕਿਸਾਨ ਦਾ ਬੇਟਾ ਬਣ ਕੇ ਸਾਡੀ
ਕੋਈ ਗੱਲ ਕਰਦਾ ਹੈ ਤੇ ਅਸੀਂ ਚੰਗਾ ਕਹਾਂਗੇ, ਪਰ ਇਹ ਤਾਂ ਨਹੀਂ ਇੱਕ ਦਿਨ ਚੰਗਾ ਬਿਆਨ ਇੱਕ ਦਿਨ ਬੁਰਾ ਤੇ ਬਿਆਨ ਵੀ ਦਿੰਦਾ, ਉਹ ਵੀ ਅਸੀਂ ਭੁੱਲੇ ਨਹੀਂ। ਬੀਜੇਪੀ ਨੇ ਬਹੁਤ ਕੋਸ਼ਿਸ਼ ਕੀਤੀ ਹੈ ਅੰਦੋਲਨ ਨੂੰ ਬਦਨਾਮ ਕਰਨ ਲਈ, ਬਹੁਤ ਸਾਰੇ ਆਗੂਆਂ ਨੇ ਵੀ ਬੜੇ ਭੜਕੀਲੇ ਆਪਾਂ ਕਹਿ ਸਕਦੇ ਹਾਂ ਭਾਸ਼ਣ ਵੀ ਦਿੱਤੇ ਹੈਗੇ ਨੇ, ਪਰ ਇਹ ਅੰਦੋਲਨ ਹੋਰ ਜ਼ਿਆਦਾ ਮਜ਼ਬੂਤ ਹੋ ਗਿਆ। ਹੁਣ ਮੈਂ ਅਖੀਰ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਇਹ ਜਿਹੜਾ ਅੰਦੋਲਨ ਇਸ ਮੁਕਾਮ ਤੱਕ ਪੁੱਜਿਆ ਹੈ, ਅਗਰੋਂ ਕੀ ਇਹਦਾ ਨਤੀਜਾ ਨਿਕਲੂਗਾ? ਤੁਹਾਡੀ ਦੂਰਦ੍ਰਿਸ਼ਟੀ ਕੀ ਕਹਿੰਦੀ ਹੈ ਕਿ ਇਸ ਅੰਦੋਲਨ ਦਾ ਸਿੱਟਾ ਕੀ ਹੋਊਗਾ? ਇਹ ਤਾਂ ਹੁਣ ਮੈਂ ਦੇਸ਼ ਦੇ ਹਿੱਤ 'ਚ ਕਹਾਂਗਾ, ਦੇਸ਼ ਦੇ ਹਿੱਤ 'ਚ ਰਹੇਗਾ, ਅਸੀਂ ਜਿੱਤਾਂਗੇ। ਔਰ ਕਿਸਾਨ ਦੇ ਹਿੱਤ 'ਚ ਤਾਂ ਹੈ, ਸਾਡੇ ਸੁਰੱਖਿਅਤ ਹਿੱਤ ਤਾਂ ਹੋਣਗੇ, ਪਰ ਦੇਸ਼ ਦੇ ਹਿੱਤ ਵੀ ਇਹਦੇ ਨਾਲ ਜੁੜ ਕੇ। ਜੀ ਸ਼ੁਕਰੀਆ ਗੱਲਬਾਤ ਕਰਨ ਲਈ ਤੁਹਾਡਾ। ਸਤਨਾਮ ਸਿੰਘ ਵੈਰੂ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਕਿਸਾਨੀ ਅੰਦੋਲਨ ਬਾਰੇ, ਉਹਨਾਂ ਦਾ ਕਹਿਣਾ ਹੈ ਕਿ ਇਸ ਅੰਦੋਲਨ ਦੇ ਵਿੱਚੋਂ ਇਨਕਲਾਬ ਉੱਠੇਗਾ, ਇਹ ਇਨਕਲਾਬ ਦੇਸ਼ ਦੀ ਤਸਵੀਰ ਬਦਲ ਦੇਗਾ। ਉਸ ਦੇ ਵਿੱਚੋਂ ਸਿਆਸੀ ਸੁਧਾਰ ਵੀ ਹੋਣਗੇ, ਆਰਥਿਕ ਸੁਧਾਰ ਵੀ ਹੋਣਗੇ, ਧਾਰਮਿਕ ਤੇ ਆਪਾਂ ਗੱਲ ਕਰੀਏ ਸਮਾਜਿਕ ਵੀ ਸੁਧਾਰ ਹੋਣਗੇ। ਤੇ ਇਹ ਸੁਧਾਰਾਂ ਦੇ ਕਰਕੇ ਅੱਜ ਦੇਸ਼ ਨੂੰ ਸੁਧਾਰਾਂ ਦੀ ਬਹੁਤ ਸਾਰੀ ਲੋੜ ਹੈਗੀ ਸੀ। ਨੌਜਵਾਨ ਪੀੜ੍ਹੀ ਜਿਹੜੀ ਹੈਗੀ ਹੈ ਉਹ ਪਹਿਲਾਂ ਨਾਲੋਂ ਜ਼ਿਆਦਾ ਜ਼ਿੰਮੇਵਾਰ ਹੋ ਗਈ ਹੈ। ਦਿੱਲੀ ਦੀਆਂ ਬੁਰੂਆਂ ਉੱਤੇ ਜਦੋਂ ਆਉਂਦੇ ਆ, ਉੱਥੇ ਵੀ ਆ ਕੇ ਪਤਾ ਲੱਗਦਾ ਹੈ ਕਿ ਕਿੰਨੀ ਤਨਦੇਹੀ ਨਾਲ ਉਹ ਸੇਵਾ ਕਰਦੇ ਨੇ, ਦਿਨ ਰਾਤ ਕਰਦੇ ਨੇ। ਤੇ ਇਸ ਅੰਦੋਲਨ ਨੂੰ ਲੈ ਕੇ ਅੱਜ ਕੱਲ੍ਹ ਗਾਇਕ ਜਿਹੜੇ ਨੇ, ਕਲਾਕਾਰ ਨੇ, ਉਹਨਾਂ ਦੀ ਵੀ ਕਲਮ ਇਸ ਅੰਦੋਲਨ ਦੇ ਹੱਕ ਵਿੱਚ ਲਿਖ ਰਹੀ ਹੈ, ਗੀਤ ਆਉਂਦੇ ਨੇ ਜੋ ਨੌਜਵਾਨਾਂ ਦੇ ਵਿੱਚ ਇੱਕ ਨਵਾਂ ਜੋਸ਼ ਭਰਦੇ ਨੇ। ਸਤਨਾਮ ਸਿੰਘ ਵੈਰੂ ਜੀ ਨਾਲ ਅਸੀਂ ਦਿਲ ਦੀਆਂ ਗੱਲਾਂ ਵੀ ਕੀਤੀਆਂ ਨੇ। ਸਭ ਤੋਂ ਬਜ਼ੁਰਗ ਕਿਸਾਨ ਆਗੂ ਨੇ ਉਹ, 81 ਸਾਲ ਉਹਨਾਂ ਦੀ ਉਮਰ ਹੈਗੀ ਹੈ। ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਅੱਜ ਵੀ ਆਪਣੇ ਮਾਤਾ ਪਿਤਾ ਨੂੰ ਯਾਦ ਕਰਕੇ ਥੋੜਾ ਗੰਭੀਰ ਜ਼ਰੂਰ ਹੋ ਜਾਂਦੇ ਨੇ, ਉਹਨਾਂ ਦੇ ਗੁਰਮੰਤਰ ਨੂੰ ਵੀ ਯਾਦ ਕਰਦੇ ਨੇ ਤੇ ਉਹਨਾਂ ਦੇ ਜਿਹੜਾ ਗੁਰਮੰਤਰ ਦਿੱਤਾ ਹੋਇਆ ਉਸ ਦੇ ਰਾਹ ਦੇ ਉੱਤੇ ਹੀ ਚੱਲਦੇ ਪਏ ਨੇ। ਸਭ ਤੋਂ ਵੱਡੀ ਗੱਲ ਉਹਨਾਂ ਨੇ ਆਖੀ ਹੈ ਕਿ ਇੱਕ ਵਿਸ਼ਵਾਸ ਹੀ ਹੈਗਾ ਜਿਹੜਾ ਇਸ ਅੰਦੋਲਨ ਨੂੰ ਇੱਥੇ ਤੱਕ ਲੈ ਕੇ ਆਇਆ ਹੈ। ਇਹ ਵਿਸ਼ਵਾਸ ਅੱਗੋਂ ਵੀ ਨਹੀਂ ਡੋਲੇਗਾ ਤੇ ਇਸੇ ਵਿਸ਼ਵਾਸ ਦੇ ਤੌਰ ਤੇ ਇਸ ਅੰਦੋਲਨ ਦੀ ਜਿਹੜੀ ਜਿੱਤ ਹੋਏਗੀ। ਸੋ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇ, ਕਿਉਂਕਿ ਤੁਸੀਂ ਪ੍ਰੋਗਰਾਮ ਕੇਬਲ ਨੈਟਵਰਕ ਦੇ ਨਾਲ ਸਾਡਾ ਸੋਸ਼ਲ ਮੀਡੀਆ ਉੱਤੇ ਵੀ ਦੇਖ ਰਹੇ ਹੋ। ਹਮਦਰਦ ਮੀਡੀਆ ਗਰੁੱਪ ਨਾਂ ਦਾ ਸਾਡਾ ਫੇਸਬੁੱਕ ਪੇਜ ਹੈ ਤੇ ਜੇ ਤੁਸੀਂ YouTube ਤੇ ਜਾਂਦੇ ਹੋ ਤੇ ਉੱਥੇ ਹਮਦਰਦ ਟੀਵੀ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ। ਇਸ ਨੂੰ ਤੁਸੀਂ ਸ਼ੇਅਰ ਵੀ ਜ਼ਰੂਰ ਕਰਿਓ। ਬਹੁਤ ਸਾਰੇ ਨੌਜਵਾਨਾਂ ਤੱਕ ਇਹ ਚੰਗੀਆਂ ਵੱਡਮੁੱਲੀਆਂ ਗੱਲਾਂ ਵੀ ਜਾਣੀਆਂ ਚਾਹੀਦੀਆਂ ਨੇ। ਕੈਮਰਾਮੈਨ ਸ਼ੈਰੀ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ, ਹਮਦਰਦ ਟੀਵੀ।